ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਹੀ ਵੀਰਾਂ ਭੈਣਾਂ ਨੂੰ ਜੀ ਆਇਆਂ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਹਰ ਸੋਮਵਾਰ ਸਾਡਾ ਸਵਾਲ ਜਵਾਬ ਦਾ ਸੈਸ਼ਨ ਹੁੰਦਾ। ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਜਵਾਬ ਪੈਨਲ ਮੈਂਬਰਸ ਵੱਲੋਂ ਦਿੱਤੇ ਜਾਂਦੇ ਹਨ। ਜਿਹੜੇ ਸਵਾਲ ਆਪ ਜੀ ਭੇਜਦੇ ਹੋ ਉਹਨਾਂ 'ਤੇ ਵਿਚਾਰ ਕਰਕੇ ਜੋ ਵੀ ਗੁਰੂ ਪਾਤਸ਼ਾਹ ਨੇ ਸੋਝੀ ਬਖਸ਼ਿਸ਼ ਕੀਤੀ, ਜੋ ਵੀ ਹੋਰ ਲਿਟਰੇਚਰ ਸਾਡੇ ਕੋਲ ਉਪਲਬਧ ਹੈ, ਅਵੇਲੇਬਲ ਹੈ, ਉਹ ਤੋਂ ਸਹਾਇਤਾ ਲੈ ਕੇ ਉਹਦੇ ਵਿੱਚ ਜਵਾਬ ਆਪ ਜੀ ਦੇ ਨਾਲ ਸਾਂਝੇ ਕੀਤੇ ਜਾਂਦੇ ਹਨ। ਇਹ ਸਵਾਲ ਜਵਾਬਾਂ ਦਾ ਜੋ ਸੈਸ਼ਨ ਹੈ ਇਹਦੀ ਸੇਵਾ ਵੀ ਰਾਜਾ ਸਿੰਘ ਜੀ ਕਰ ਰਹੇ ਹਨ। ਤਾਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਦਾ ਸਵਾਲ ਜਵਾਬ ਦਾ ਇਹ ਸੈਸ਼ਨ ਸ਼ੁਰੂ ਕਰ। ਵੀ ਰਾਜਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਾਧ ਸੰਗਤ ਦਾ ਸਵਾਗਤ ਹੈ ਜੀ ਅੱਜ ਦੇ ਸੈਸ਼ਨ ਵਿੱਚ। ਤੋਂ ਸਭ ਤੋਂ ਪਹਿਲਾਂ ਜਿੰਨੇ ਵੀ ਪੈਨਲ ਮੈਂਬਰਾਨਸ ਨੇ ਉਹਨਾਂ ਨੂੰ ਬੇਨਤੀ ਹੈ ਬਈ ਉਹ ਸੰਗਤ ਨਾਲ ਫਤਿਹ ਸਾਂਝੀ ਕਰਨਗੇ ਜੀ। ਸਾਹਿਬ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਸਰਦਾਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜਗੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕਿੱਕਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। ਸਰਦਾਰ ਮਨਮੋਹਨ ਸਿੰਘ ਤੇ ਭੈਣ ਮਨਿੰਦਰ ਕੌਰ ਲੱਗਦਾ ਵੀ ਅਜੇ ਜੁਆਇਨ ਨਹੀਂ ਕੀਤੇ। ਤੋਂ ਵੀਰ ਹਰਜੀਤ ਸਿੰਘ ਜੀ ਨੇ ਸੰਗਤ ਨਾਲ ਪਹਿਲੇ ਫਤਿਹ ਸਾਂਝੀ ਕਰ ਲਈ ਹੈ। ਤੋਂ ਜਿਸ ਵੇਲੇ ਸਾਹਿਬ ਮਨਮੋਹਨ ਸਿੰਘ ਜਾਂ ਭੈਣ ਜੀ ਜੁਆਇਨ ਕਰਨਗੇ ਤਾਂ ਉਹਨਾਂ ਨਾਲ ਵੀ ਗੱਲਬਾਤ ਹੋ ਜਾਏਗੀ। ਤੋਂ ਆਓ ਜਦ ਤੱਕ ਆਪਾਂ ਅੱਜ ਦਾ ਇਹ ਜੋ ਸਵਾਲ ਜਵਾਬ ਦਾ ਸਿਲਸਿਲਾ ਹੈ ਸ਼ੁਰੂ ਕਰੀਏ। ਸਤ ਸੰਗਤ ਜੀ, ਆਪ ਜੀ ਵੱਲੋਂ ਭੇਜੇ ਗਏ ਸਵਾਲ ਜਿਹੜੇ ਨੇ ਉਹ ਵੱਖ-ਵੱਖ ਵਿਸ਼ਿਆਂ ਤੇ ਸਾਨੂੰ ਪ੍ਰਾਪਤ ਹੋਏ ਨੇ। ਤੋਂ ਉਹਨਾਂ ਚੋਂ ਜਿਸ ਤਰ੍ਹਾਂ ਵੀ ਜਿੰਨਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਸਾਰੇ ਮੈਂਬਰਾਨਸ ਨੇ ਇੱਕ ਦੂਜੇ ਨਾਲ ਸਲਾਹ ਕਰਕੇ ਔਰ ਜੋ ਬਾਕੀ ਕਿਤਾਬਾਂ ਜਾਂ ਵਿਦਵਾਨਾਂ ਨੂੰ ਕੰਸਲਟ ਕਰਕੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ। ਤੋਂ ਆਓ ਸਤ ਸੰਗਤ ਇੱਕ ਇੱਕ ਸਵਾਲ ਕਰਕੇ ਲੈਂਦੇ ਹਾਂ। ਤੋਂ ਕੁਝ ਇੱਕ ਸਵਾਲ ਜਿਹੜੇ ਨੇ ਉਹ ਤਾਂ ਹਰ ਵਾਰ ਦੀ ਤਰ੍ਹਾਂ ਗੁਰਬਾਣੀ ਦੇ ਉਚਾਰਨ ਜਾਂ ਵਿਆਕਰਨ ਨਾਲ ਸੰਬੰਧਿਤ। ਤੋਂ ਜਿਸ ਤਰ੍ਹਾਂ ਹਰ ਵਾਰੀ ਬੇਨਤੀ ਕਰੀ ਦੀ ਹੈ ਕਿ ਗੁਰਬਾਣੀ ਉਚਾਰਨ ਤੇ ਵਿਆਕਰਨ ਦੋਨੋਂ ਬਹੁਤ ਹੀ ਇੰਪੋਰਟੈਂਟ ਨੇ। ਇਹਨਾਂ ਨੂੰ ਜਿੰਨੀ ਮਹੱਤਤਾ ਦਿੱਤੀ ਜਾਏ ਉਨੀ ਥੋੜ੍ਹੀ ਹੈ, ਕਿਉਂਕਿ ਗੁਰਬਾਣੀ ਦੀ ਅਸਲ ਸੋਝੀ ਇਹਨਾਂ ਦੋਨਾਂ ਸੋਰਸਿਸ ਕਰਕੇ ਜ਼ਿਆਦਾ ਹੁੰਦੀ। ਤਾਂ ਆਓ ਸਾਧ ਸੰਗਤ ਜੀ ਆਪਾਂ ਪਹਿਲੇ ਇੱਕ ਉਚਾਰਨ ਦਾ ਜਿਹੜਾ ਸ਼ਬਦ ਹੈ ਉਚਾਰਨ ਬਾਰੇ ਕੁਝ, ਕਿਉਂਕਿ ਕਈ ਸ਼ਬਦ ਇਹੋ ਜਿਹੇ ਨੇ ਜਿਨ੍ਹਾਂ ਨੂੰ ਉਚਾਰਨ 'ਚ ਭੇਦ ਹੋ ਜਾਂਦਾ। ਭੇਦ ਕਹਿਣ ਦਾ ਮਤਲਬ ਇਹ ਹੈ ਵੀ ਮੇਰਾ ਉਚਾਰਨ ਕਿਸੇ ਤਰ੍ਹਾਂ ਜਾਂ ਦੂਸਰੇ ਵੀਰ ਦਾ ਕਿਸੇ ਤਰ੍ਹਾਂ, ਤੇ ਹੋਣੀ ਤਾਂ ਯੂਨੀਫਾਰਮਿਟੀ ਚਾਹੀਦੀ ਹੈ, ਪਰ ਫਿਰ ਵੀ ਕਈ ਕਾਰਨਾਂ ਕਰਕੇ ਜਾਂ ਵੱਖ-ਵੱਖ ਕਈ ਹੋਰ ਸੰਸਥਾਵਾਂ ਵੱਲੋਂ ਕਈਆਂ ਸ਼ਬਦਾਂ ਨੂੰ ਉਸ ਤਰ੍ਹਾਂ ਉਚਾਰਿਆ ਜਾਂਦਾ ਜਿਸ ਕਰਕੇ ਆਮ ਸੰਗਤ ਵਿੱਚ ਕਈ ਵਾਰੀ ਭੁਲੇਖਾ ਪੈ ਜਾਂਦਾ ਔਰ ਉਹਨਾਂ ਨੂੰ ਕਲੈਰੀਫਿਕੇਸ਼ਨ ਦੀ ਲੋੜ ਪੈਂਦੀ ਹੈ। ਐਸਾ ਹੀ ਇੱਕ ਸਵਾਲ ਸਾਡੇ ਕੋਲ ਆਇਆ ਕਿ ਆਸਾ ਕੀ ਵਾਰ ਚ ਆਉਂਦਾ ਹੈ ਕਿ ਲੱਖ ਸੂਤਨ ਸੰਗਰਾਮ ਰਣ ਮੈਂ ਛੁਟੈ ਪ੍ਰਾਣ। ਤੋਂ ਉਹਦੇ ਚ ਜੇ ਸਵਾਲ ਕਰਤਾ ਪੁੱਛਦੇ ਨੇ ਜੀ ਕਿ ਇਹ ਜਿਹੜਾ ਲਫ਼ਜ਼ ਹੈ ਸੱਸੇ ਨੂੰ ਦਲੰਕੜ ਰਰਾ ਤੱਤਾ ਧੇਣਾ ਉਚਾਰਨ ਕਰਨਾ ਹੈ ਜਾਂ ਬਿਨਾਂ ਅਦਕ ਦੇ ਉਚਾਰਨ ਕਰਨਾ। ਮੇਰੇ ਕਹਿਣ ਤੋਂ ਭਾਵ ਹੈ ਸ਼ਾਇਦ ਉਹ ਚਾਹੁੰਦੇ ਨੇ ਪੁੱਛਣਾ ਵੀ ਇਹਨੂੰ ਸੁਰਤਨ ਪੜ੍ਹੀਏ ਜਾਂ ਸੁਰਤਨ ਪੜ੍ਹੀਏ।
तो ਇਹਦੇ ਲਈ ਫਿਰ ਬੇਨਤੀ ਕਰ ਰਿਹਾ ਮੈਂ ਸਾਕ ਕਿੱਕਰ ਸਿੰਘ ਜੀ ਨੂੰ ਬਈ ਉਹ ਕਿਰਪਾ ਕਰਕੇ ਇਹਦੇ ਤੇ ਚਾਨਣਾ ਪਾਉਣ ਕਿ ਉਹਨਾਂ ਦਾ ਕੀ ਵਿਚਾਰ ਬਣਿਆ ਵੀ ਸੂਰਤਨ ਪੜ੍ਹਨਾ ਹੈ ਜਾਂ ਸੁਰਤਨ ਪੜ੍ਹਨਾ ਹੈ। ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜੋ ਮੈਂ ਇਸ ਸ਼ਬਦ ਦੀ ਘੋਖ ਪੜਤਾਲ ਕੀਤੀ ਹੈ ਜੀ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 164 ਗੌੜੀ ਗੁਆਰੇਰੀ ਮਹਿਲਾ ਚੌਥਾ ਭਾਵ ਕੇ ਸ੍ਰੀ ਗੁਰੂ ਰਾਮਦਾਸ ਜੀ ਦਾ ਸ਼ਬਦ ਖੱਤਰੀ ਕਰਮ ਕਰੇ ਸੂਰਤਨ ਭਾਵੈ। ਇੱਥੇ ਵੀ ਜਿਹੜੀ ਆਪਣੀ ਸ਼ਬਦਾਰਥ ਪੋਥੀ ਸ਼੍ਰੋਮਣੀ ਕਮੇਟੀ ਸ਼ਬਦੀ ਹੈ, ਜਿਹਦੇ ਇੱਕ ਪਾਸੇ ਪਾਠ ਹੈ ਤੇ ਦੂਜੇ ਪਾਸੇ ਸ਼ਬਦਾਰਥ ਵੀ ਦਿੱਤੇ ਹੋਏ ਨੇ, ਉਹਨਾਂ ਨੇ ਵੀ ਇਹਦਾ ਅਰਥ ਜਿਹੜਾ ਸੂਰਮਤਾਈ ਬਹਾਦਰੀ ਕੀਤਾ ਸੂਰਤਨ ਦਾ। ਪਹਿਲਾਂ ਮੈਂ ਅਰਥ ਭਾਵ ਦੱਸ ਦਿਆਂ, ਉਚਾਰਨ ਬਾਅਦ ਚ ਗੱਲ ਕਰਾਂਗੇ ਜੀ। ਠੀਕ ਹੈ ਜੀ। ਇਸ ਤੋਂ ਇਲਾਵਾ ਅੰਗ 467 ਤੇ ਵੀ ਸੂਰਤਨ ਸ਼ਬਦ ਆਉਂਦਾ, ਲੱਖ ਸੂਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ। ਇੱਥੇ ਵੀ ਜਿਹੜਾ ਅਰਥ ਕੀਤਾ ਗਿਆ ਸੂਰਮਤਾ, ਸੂਰਮਤਾਈ, ਬਹਾਦਰੀ ਦੇ ਕਾਰਨਾਮੇ। ਸੰਸਕ੍ਰਿਤ ਵਿੱਚ ਸ਼ੌਰਿਆ ਪਦ ਵੀ ਦਿੱਤਾ ਹੋਇਆ, ਪਰ ਪੰਜਾਬੀ ਦੇ ਵਿੱਚ ਸੂਰਬੀਰਤਾ ਲਿਖਿਆ ਹੋਇਆ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 256 ਮਨੁਆ ਜੀਤੈ ਹਰ ਮਿਲੈ ਤੇ ਸੂਰਤਨ ਵੇਸ, ਸੂਰਮਿਆਂ ਵਾਲਾ ਵੇਸ ਭਾਵ ਸੂਰਮਿਆਂ ਵਾਲੀ ਡਰੈਸ, ਉਹਦੀ ਵਰਦੀ। ਇੱਥੋਂ ਤੱਕ ਕਿ ਭਾਈ ਵੀਰ ਸਿੰਘ ਨੇ ਤਾਂ ਇਸ ਸ਼ਬਦ ਦਾ ਉਚਾਰਨ ਵੀ ਦਿੱਤਾ ਹੋਇਆ, ਉਹਨਾਂ ਨੇ ਸੂਰਤਨ ਲਿਖਿਆ, ਸੂਰਜਮਾ ਤਨ। ਇਸ ਕਰਕੇ ਹੋਰ ਕਿਤੇ ਵੀ ਸੱਤਾ ਮੁਕਤਾ, ਸੱਤੇ ਨੂੰ ਔਂਕੜ, ਸੱਤੇ ਨੂੰ ਦਲੈਂਕੜ, ਸੁਰਤਨ ਸ਼ਬਦ ਕੋਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਹੀ ਨਹੀਂ। ਮਹਾਨ ਕੋਸ਼ ਨੇ ਵੀ ਕਿਤੇ ਨਹੀਂ ਦਿੱਤਾ ਸੂਰਤਨ। ਮਤਲਬ ਜੇ ਆਪਾਂ ਜਿਵੇਂ ਸੁਚੱਜੀ ਤੇ ਕੁਚੱਜੀ, ਪਤਨੀ ਸੋ ਪਤਨੀ, ਇਸੇ ਤਰ੍ਹਾਂ ਹੀ ਪੁੱਤਰ ਸੁਪੁੱਤਰ ਵਗੈਰਾ ਆਉਂਦੇ ਆ ਤੇ ਉੱਥੇ ਸੱਸੇ ਨੂੰ ਕਦੇ ਵੀ ਦੋ ਦਲੈਂਕੜ ਨਾਲ ਉਹਦੀ ਡਿਗਰੀ ਵੱਧਦੀ ਨਹੀਂ। ਸੁਪੁੱਤਰ ਸੁਪਤਨੀ ਤਾਂ ਬਣ ਸਕਦਾ, ਲੇਕਿਨ ਸੱਸੇ ਨੂੰ ਜਿਹੜੇ ਦੋ ਦਲੈਂਕੜ ਹੈ ਉਹਦੇ ਨਾਲ ਸੂਰਮਾ, ਸੂਰਮਤਾਈ, ਸੂਰ ਸ਼ਬਦ ਸੰਖੇਪ ਦੇ ਵਿੱਚ ਵੀ ਸੂਰਮੇ ਨੂੰ ਅਸੀਂ ਸੂਰ ਵੀ ਕਈ ਵਾਰੀ ਕਹਿ ਦਿੰਦੇ ਹਾਂ, ਸੰਖੇਪ ਸ਼ਬਦ ਵੀ ਆ ਜਾਂਦਾ। ਜਿਵੇਂ ਸੂਰਜ ਨੂੰ ਸੂਰ ਕਹਿੰਦੇ ਆ ਜੀ, ਇਸੇ ਤਰ੍ਹਾਂ ਹੀ ਹੋਰ ਸ਼ਬਦਾਂ ਲਈ ਵੀ ਛੋਟੇ ਸ਼ਬਦ ਵਰਤੇ ਜਾਂਦੇ ਆ ਗੁਰਬਾਣੀ 'ਚ। ਇਸ ਕਰਕੇ ਇਹਨੂੰ ਸੂਰਮਾ, ਸੂਰ, ਸੂਰਮਤਾਈ, ਸੂਰਮਤਾ ਹੀ ਇਹਦਾ ਅਰਥ ਬਣਦਾ। ਇਸ ਕਰਕੇ ਸੁਰਤਨ ਵਾਲੀ, ਕਿਉਂਕਿ ਜੇ ਰਤਨ ਹੋਵੇ ਨਾ ਮੂਲ ਸ਼ਬਦ, ਫਿਰ ਸੁਰਤਨ ਬਣ ਸਕਦਾ, ਪਰ ਇੱਥੇ ਰਤਨ ਨਾਲ ਤਾਂ ਕੋਈ ਰੰਗ ਜਾਂ ਕੋਈ ਲਾਲੀ ਵਗੈਰਾ ਤਾਂ ਕੋਈ ਅਰਥ ਹੀ ਨਹੀਂ ਬਣਦਾ ਜੀ। ਇਸ ਕਰਕੇ ਜਿੱਥੇ ਵੇਸ ਸ਼ਬਦ ਆਇਆ ਪਹਿਰਾਵਾ, ਉੱਥੇ ਹੋ ਸਕਦਾ ਉਹਨਾਂ ਨੂੰ ਜੇ ਕਿਸੇ ਵੀਰ ਨੇ ਉਚਾਰਨ ਕੀਤਾ ਜਿਵੇਂ ਮੈਨੂੰ ਦੱਸਿਆ ਗਿਆ, ਉਹਨਾਂ ਨੂੰ ਇਹ ਗਲਤੀ ਲੱਗੀ ਹੋ ਸਕਦੀ ਹੈ ਵੀ ਸੁਰਤਨ ਜੇ ਸੱਸੇ ਨੂੰ ਔਂਕੜ ਹੋਵੇ ਫਿਰ ਅਸੀਂ ਵਿਚਾਰ ਕਰ ਸਕਦੇ ਹਾਂ ਸੁਰਤਨ ਦੀ, ਭਾਵ ਵਧੀਆ ਰਤਨ ਵਾਲਾ, ਵਧੀਆ ਰੰਗ ਵਾਲਾ। ਪਰ ਇੱਥੇ ਸੱਸੇ ਨੂੰ ਦੋ ਦਲੈਂਕੜੇ ਹੋਣ ਕਰਕੇ ਇਹ ਰਾਰੇ ਉੱਤੇ ਅਧਕ ਨਹੀਂ ਆ ਸਕਦੀ, ਸੂਰਤਨ ਹੀ ਬਣਦਾ ਜੀ। ਸੋ ਅਗਰ ਕਿਸੇ ਕੋਲ ਕੋਈ ਹੋਰ ਵਧੀਆ ਜਾਣਕਾਰੀ ਹੋਵੇ ਤਾਂ ਉਹ ਵੀ ਸਾਂਝੀ ਕਰ ਸਕਦੇ ਆ ਜੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਕ ਕਿੱਕਰ ਸਿੰਘ ਜੀ ਨੇ ਜਿਸ ਤਰ੍ਹਾਂ ਪੂਰੀ ਤਰ੍ਹਾਂ ਸਾਨੂੰ ਖੋਲ ਕੇ ਦੱਸਿਆ ਸਤ ਸੰਗਤ ਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜੀ ਸਟੀਕ ਲਿਖੀ ਹੈ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਵਾਲਿਆਂ ਨੇ, ਉਹਨਾਂ ਨੇ ਇਹਨੂੰ ਡਾਇਰੈਕਸ਼ਨ ਦਿੱਤੀ ਹੈ ਸੁਰਤਨ ਪੜ੍ਹਨ ਦੀ। ਔਰ ਸਰ ਜਗੀਰ ਸਿੰਘ ਨਾਲ ਮੇਰੀ ਗੱਲ ਹੋਈ ਸੀ, ਮੈਂ ਖੁਦ ਤੇ ਸੁਣ ਨਹੀਂ ਸਕਿਆ, ਮੈਨੂੰ ਖਿਮਾ ਕਰਨਾ ਸਮਾਂ ਨਹੀਂ ਮਿਲਿਆ। ਉਹਨਾਂ ਨੇ ਮੈਨੂੰ ਦੱਸਿਆ ਸੀ, ਪੰਨੇ ਵੀ ਦੱਸੇ ਸੀ, ਵਿਗਿਆਨੀ ਜਗਤਾਰ ਸਿੰਘ ਜਾਚਕ ਹੋਰਾਂ ਨੇ ਵੀ ਇਹਨੂੰ ਅਧਕ ਲਾ ਕੇ ਉਚਾਰਨ ਕੀਤਾ। ਤੋ ਪਰ ਆਮ ਤੌਰ ਤੇ ਜਿੰਨਾ ਵੀ ਆਪਾਂ ਹੁਣ ਤੱਕ ਸੁਣਦੇ ਆਏ ਹਾਂ, ਜਾਂ ਜਿਹੜਾ ਪਾਠ ਕੀਰਤਨ ਹੁੰਦਾ ਆਸਾ ਕੀ ਵਾਰ ਦਾ, ਉਹਦੇ 'ਚ ਰੋਜ਼ਾਨਾ ਇਹ ਪੜ੍ਹਿਆ ਜਾਂਦਾ ਅੱਖਰ, ਇਹ ਸ਼ਬਦ, ਤਾਂ ਉਹਦੇ 'ਚ ਤਾਂ ਸੂਰਤਨ ਹੀ ਪੜ੍ਹਿਆ ਜਾਂਦਾ। ਤੋ ਹੁਣ ਤੱਕ ਤਾਂ ਸੂਰਤਨ ਹੀ ਸੁਣਦੇ ਆਏ ਹਾਂ, ਪਰ ਜਦ ਇਹ ਸਵਾਲ ਆਇਆ ਤਾਂ ਫਿਰ ਦੇਖਣ ਦੀ ਥੋੜੀ ਜਿਹੀ ਤਮੰਨਾ ਪੈਦਾ ਹੋਈ। ਤੋ ਸਾਕ ਕਿੱਕਰ ਸਿੰਘ ਨੇ ਗੱਲ ਐਕਸਪਲੇਨ ਕੀਤੀ ਹੈ, ਪਰ ਜਿਸ ਤਰ੍ਹਾਂ ਮੈਂ ਪਹਿਲੇ ਬੇਨਤੀ ਕੀਤੀ ਹੈ ਕਿ ਕਈ ਵਾਰੀ ਐਸਾ ਵੀ ਹੁੰਦਾ ਕਿ ਕੁਝ ਉਚਾਰਨ 'ਚ ਫਰਕ ਹੁੰਦਾ, ਤੇ ਪਰ ਮੇਰੀ ਇੱਕ ਬੇਨਤੀ ਹੈ ਔਰ ਉਹ ਇਹ ਹੈ ਕਿ ਸਾਧ ਸੰਗਤ ਅਸਲ ਜਿਹੜਾ ਸਾਡਾ ਮਨੋਰਥ ਹੈ ਉਹ ਬਾਣੀ ਨੂੰ ਸਾ ਕੇ ਉਹਦੇ ਤੇ ਅਮਲ ਕਰਨ। ਤੇ ਸੋ ਬਾਣੀ ਨੂੰ ਆਪਾਂ ਸਮਝਣਾ
ਤੇ ਇਹਦੇ 'ਚ ਜਿਹੜੀ ਸਮਝ ਪੈਂਦੀ ਹੈ ਉਹ ਤਾਂ ਸੂਰਮਤਾਈ ਦੀ ਹੈ, ਜਿਸ ਤਰ੍ਹਾਂ ਵੀਰ ਕਿੱਕਰ ਸਿੰਘ ਜੀ ਦਾ ਅਰਥ ਕਰਕੇ ਦੱਸਿਆ। ਸੋ ਇਸ ਕਰਕੇ ਅਰਥ ਤਾਂ ਇਹੀ ਹੈ। ਤਾਂ ਜਿਹੜੇ ਉਹਨੂੰ ਅੱਧ ਕਲਾ ਕੇ ਉਚਾਰਨ ਕਰਦੇ ਨੇ ਉਹ ਵੀ ਅਰਥ ਭਾਵ ਉਹਦਾ ਸੂਰਮਤਾਈ ਹੈ ਕਿ ਇਹਦੇ 'ਚ ਜ਼ਿਆਦਾ ਪੁੰਨ ਛਾਣ 'ਚ ਜਾਈਏ, ਅਸੀਂ ਇਸ ਪਾਸੇ ਲਈਏ ਕਿ ਇਹਦਾ ਸਾਨੂੰ ਅਰਥ ਕੀ ਹੈ। ਕੱਲ ਵੀ ਕਿਸੇ ਹੋਰ ਸ਼ਬਦ ਦੀ ਇੱਥੇ ਕਿਸੇ ਨਾਲ ਮੇਰੀ ਗੱਲਬਾਤ ਹੋ ਰਹੀ ਸੀ, ਤਾਂ ਮੈਂ ਤਦ ਵੀ ਇਹੀ ਬੇਨਤੀ ਕੀਤੀ ਵੀ ਚਲੋ ਜੇ ਉਚਾਰਨ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਵੀ ਹੈ ਤੇ ਮਨ ਵਿੱਚ ਕੀ ਹੈ, ਸਾਨੂੰ ਇਹਦਾ ਪ੍ਰਭਾਵ ਜਾਂ ਇਹਦਾ ਅਰਥ ਬੋਧ ਕੀ ਮਿਲਦਾ। ਅਸਲ ਜੇ ਬਾਣੀ ਨੂੰ ਅਸੀਂ ਅੰਡਰਸਟੈਂਡ ਕਰੀਏ, ਅੰਡਰਸਟੈਂਡ ਕਰਕੇ ਉਹਦੇ ਤੇ ਅਮਲ ਕਰੀਏ। ਤੋ ਇਸ ਕਰਕੇ ਮੇਰੀ ਇਹ ਬੇਨਤੀ ਹੈ ਕਿ ਠੀਕ ਹੈ, ਹਰ ਗੱਲ ਜਿਹੜੀ ਕਲੈਰੀਫਾਈ ਹੋਣੀ ਚਾਹੀਦੀ ਹੈ, ਪਰ ਕਿਸੇ ਵੀ ਇਹੋ ਜਿਹੇ ਵਿਸ਼ੇ ਨੂੰ ਆਪਾਂ ਕੋਈ ਵੀ ਇਸ਼ੂ ਨਾ ਬਣਾਇਆ ਜਾਏ ਤੇ ਕਿ ਇਹਨੂੰ ਆਪਾਂ ਸਮਝਣ ਦਾ ਯਤਨ ਕਰੀਏ। ਵੀਰ ਕਿੱਕਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਪੂਰੀ ਤਰ੍ਹਾਂ ਐਕਸਪਲੇਨ ਕਰਕੇ ਦੱਸਿਆ, ਤੋ ਬਹੁਤ ਬਹੁਤ ਮਿਹਰਬਾਨੀ ਆਪ ਜੀ। ਤੋ ਸਾਧ ਸੰਗਤ ਜੀ, ਆਓ ਆਪਾਂ ਜਿਹੜਾ ਅਗਲਾ ਸਵਾਲ ਹੈ, ਉਹ ਸਵਾਲ ਹੈ ਕਿ ਵੀਰ ਹਰਵਿੰਦਰ ਸਿੰਘ ਜੀ ਸਾਡੇ ਕੋਲ ਇੱਥੇ ਸੰਗਤ ਵਿੱਚ ਹਾਜ਼ਰ ਹੁੰਦੇ ਨੇ। ਉਹਨਾਂ ਨੇ ਸਵਾਲ ਭੇਜਿਆ ਵੀ ਵਿਆਕਰਣ ਗੁਰਮਤ ਵਿੱਚ ਸਹਿਜ ਪਾਠ, ਜਿਹੜਾ ਵਿਆਕਰਣ ਹੈ ਗੁਰਮਤ ਅਨੁਸਾਰ ਸਹਿਜ ਪਾਠ ਤੇ ਲਾਗੂ ਹੁੰਦਾ ਹੈ ਜਾਂ ਅਖੰਡ ਪਾਠ ਤੇ ਲਾਗੂ ਹੁੰਦਾ। ਤੋ ਇਹਦੇ ਬਾਰੇ ਮੈਂ ਬੇਨਤੀ ਕਰ ਰਿਹਾ ਸਾਧ ਜਗੀਰ ਸਿੰਘ ਜੀ ਨੂੰ ਵੀ ਉਹ ਤੁਸੀਂ ਦੱਸੋ ਵੀ ਜਿਹੜੇ ਵਿਆਕਰਣਿਕ ਨਿਯਮ ਨੇ ਇਹ ਸਹਿਜ ਪਾਠ ਤੇ ਲਾਗੂ ਹੁੰਦੇ ਨੇ ਕਿ ਅਖੰਡ ਪਾਠ ਤੇ ਵੀ ਲਾਗੂ ਹੁੰਦੇ ਨੇ ਜਾਂ ਦੋਨਾਂ ਤੇ ਲਾਗੂ ਹੁੰਦੇ ਨੇ। ਹਾਂਜੀ, ਸਤਿਗੁਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਸਵਾਲ ਆਇਆ ਵੀ ਵਿਆਕਰਨ ਜਿਹੜੀ ਹੈਗੀ ਹੈ ਸਹਿਜ ਪਾਠ ਉੱਪਰ ਲਾਗੂ ਹੁੰਦੀ ਹੈ ਜਾਂ ਅਖੰਡ ਪਾਠ ਉੱਪਰ ਲਾਗੂ ਹੁੰਦੀ ਹੈ। ਇਹਦੇ ਬਾਰੇ ਵਿਚਾਰ ਇਸ ਤਰ੍ਹਾਂ ਹੈ ਜੀ, ਵਿਆਕਰਨ ਜੀ ਚਾਹੇ ਸਹਿਜ ਪਾਠ ਹੋਵੇ, ਚਾਹੇ ਅਖੰਡ ਪਾਠ ਹੋਵੇ, ਚਾਹੇ ਨਿਤਨੇਮ ਦਾ ਪਾਠ ਹੋਵੇ, ਕੁਝ ਵੀ ਹੋਵੇ, ਇਹ ਵਿਆਕਰਨ ਦੇ ਨਿਯਮ ਸਭ ਥਾਂ ਤੇ ਲਾਗੂ ਹੁੰਦੇ ਨੇ। ਇਹ ਨਹੀਂ ਹੈਗਾ ਵੀ ਅਖੰਡ ਪਾਠ ਤੇ ਨਹੀਂ ਲਾਗੂ ਹੁੰਦੇ ਤੇ ਜਾਂ ਨਿਤਨੇਮ ਦੇ ਪਾਠ ਤੇ ਨਹੀਂ ਲਾਗੂ ਹੁੰਦੇ। ਇਹ ਸਭ ਜਿੱਥੇ ਵੀ ਪਾਠ ਆ ਗਿਆ ਗੁਰਬਾਣੀ ਦਾ, ਸਾਰਿਆਂ ਤੇ ਇਹ ਵਿਆਕਰਨ ਦੇ ਨਿਯਮ ਲਾਗੂ ਹੁੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸਿੰਘ ਜੀ ਨੇ ਜੋ ਜਿਹੜੀ ਗੱਲ ਕਹੀ ਹੈ, ਮੈਂ ਬੇਨਤੀ ਕਰਦੇ ਹਾਂ ਸਾਧ ਸੰਗਤ, ਜਿਹੜੇ ਗੁਰਬਾਣੀ ਉਚਾਰਨ ਹੈ ਨਾ, ਜਿਹੜਾ ਵਿਆਕਰਨ ਹੈ ਉਹਦਾ ਸੰਬੰਧ ਉਚਾਰਨ ਦੇ ਨਾਲ, ਨਾ ਕਿ ਕਿਸੇ ਪਾਰਟਿਕੂਲਰ ਪਾਠ ਨਾਲ ਜਾਂ ਪਾਰਟਿਕੂਲਰ ਤਰੀਕੇ ਨਾਲ ਹੈ। ਉਚਾਰਨ ਦਾ ਸੰਬੰਧ ਹੈ, ਖਿਮਕਰਨ ਵਿਆਕਰਨ ਦਾ ਸੰਬੰਧ ਹੈ ਕਿ ਗੁਰਬਾਣੀ ਨੂੰ ਉਚਾਰਨਾ ਕਿਸ ਤਰ੍ਹਾਂ। ਔਰ ਦੂਜੀ ਗੱਲ ਹੈ, ਗੁਰਬਾਣੀ ਵਿਆਕਰਨ ਜਿਹੜਾ ਜਿੱਥੇ ਸਾਨੂੰ ਉਚਾਰਨ ਦੀ ਮਦਦ ਦਿੰਦਾ ਹੈ, ਉੱਥੇ ਸਾਨੂੰ ਗੁਰਬਾਣੀ ਦੇ ਅਰਥ ਨੂੰ ਜ਼ਿਆਦਾ ਖੋਲ ਕੇ ਸਮਝਾਉਂਦਾ। ਕਿਉਂਕਿ ਕਲਾਸ ਹਰ ਹਫ਼ਤੇ ਲੱਗਦੀ ਹੈ, 1 ਸਾਲ ਹੋ ਗਿਆ, ਕਿ ਜੇਕਰ ਗੁਰਬਾਣੀ ਵਿਆਕਰਨ ਦੀ ਸੋਝੀ ਹੋਵੇ ਤੇ ਤਾਂ ਹੀ ਬਾਣੀ ਦੀ ਅਸਲ ਅੰਡਰਸਟੈਂਡਿੰਗ ਸਾਨੂੰ ਉਹਦੀ ਸੋਝੀ ਜਿਹੜੀ ਉਹ ਪੈ ਸਕਦੀ ਹੈ। ਤੋ ਇਸ ਕਰਕੇ ਇਹ ਤਾਂ ਕਿਹਾ ਹੀ ਨਹੀਂ ਜਾ ਸਕਦਾ ਵੀ ਇਹ ਕਿਹਦੇ ਨਾਲ, ਸਹਿਜ ਪਾਠ ਨਾਲ ਹੈ ਜਾਂ ਅਖੰਡ ਪਾਠ ਨਾਲ। ਪਰ ਮੈਨੂੰ ਲੱਗਦਾ ਵੀ ਜਿਹੜੇ ਵੀਰ ਨੇ ਸਵਾਲ ਕੀਤਾ, ਸ਼ਾਇਦ ਉਹਨਾਂ ਦਾ ਮਤਲਬ ਇਹ ਹੋਣਾ ਹੈ ਕਿ ਜਿਸ ਵੇਲੇ ਅਸੀਂ ਵਿਆਕਰਣ ਲਾਉਂਦੇ ਹਾਂ ਤੇ ਵਿਆਕਰਣ ਦੀ ਗੱਲ ਕਰਦੇ ਹਾਂ ਤੇ ਉੱਥੇ ਬੜੀ ਸਾਨੂੰ ਸਮਝ ਕੇ, ਸੋਚ ਕੇ ਤੇ ਫੇਰ ਗੱਲ ਜਿਹੜੀ ਕਰਨੀ ਪੈਂਦੀ ਹੈ। ਮੈਨੂੰ ਅੱਛਾ ਵੀ ਕਿਉਂਕਿ ਅਖੰਡ ਪਾਠ ਵੇਲੇ ਇੱਕ ਲਿਮਟਿਡ ਜਿਹਾ ਸਮਾਂ ਹੁੰਦਾ ਹੈ, ਔਰ ਅਖੰਡ ਪਾਠ ਵੇਲੇ ਮਰਿਆਦਾ ਅਨੁਸਾਰ ਕਿਸੇ ਨਾਲ ਗੱਲਬਾਤ ਵੀ ਨਹੀਂ ਕਰਨੀ ਹੁੰਦੀ। ਔਰ ਅਖੰਡ ਪਾਠ ਵੇਲੇ ਕਿਉਂਕਿ ਜੇ ਆਪਾਂ ਸੋਚ ਕੇ ਅੱਗੇ ਪਿੱਛੇ ਕਰੀਏ, ਮੈਨੂੰ ਲੱਗਦਾ ਕਿ ਇਹ ਤੇ ਨਹੀਂ ਉਹਨਾਂ ਦੇ ਮਨ 'ਚ ਗੱਲ ਆਈ, ਜਿਸ ਕਰਕੇ ਉਹਨੇ ਕਿਹਾ ਵੀ ਇਹ ਵਿਆਕਰਨ ਅਖੰਡ ਪਾਠ ਤੇ ਲਾਗੂ ਹੁੰਦਾ ਕਿ ਸਹਿਜ ਪਾਠ ਤੇ ਲਾਗੂ ਹੁੰਦਾ। ਜਗੀਰ ਸਿੰਘ ਜੀ ਨੇ ਦਰੁਸਤ ਫਰਮਾਇਆ ਕਿ ਵਿਆਕਰਨ ਤੇ ਲਾਗੂ ਹੋਣਾ, ਗੁਰਬਾਣੀ ਦੇ ਉਚਾਰਨ ਤੇ ਉਹਦਾ ਕਿਸੇ ਲਾਗੂ ਹੁੰਦਾ। ਤੋ ਇਸ ਕਰਕੇ ਇਹ ਬੜੀ ਸਪਸ਼ਟ ਹੈ ਕਿ ਜਿਸ ਵੇਲੇ ਸਾਨੂੰ ਵਿਆਕਰਨ ਦੀ ਸੋਝੀ ਹੋਏਗੀ, ਸਾਡੀ ਪਾਠ ਦੀ ਰਵਾਨਗੀ ਵਧੀਆ ਆ ਜਾਏਗੀ ਆਪਣੇ ਆਪ। ਜਿਸ ਵੇਲੇ ਸਾਨੂੰ ਵਿਆਕਰਨ ਦੀ ਸੋਝੀ ਆਉਂਦੀ ਹੈ ਨਾ ਜੀ, ਉਸ ਅੰਡਰਸਟੈਂਡਿੰਗ ਜ਼ਿਆਦਾ ਹੁੰਦੀ ਹੈ ਤੇ ਰਵਾਨਗੀ ਹੁੰਦੀ ਹੈ। ਮਨੁੱਖ ਜਿਸ ਵੇਲੇ ਆਪਾਂ ਪਾਠ ਕਰਦੇ ਹਾਂ, ਉਸ ਵੇਲੇ ਸਾਨੂੰ ਥੋੜਾ ਜਿਹਾ ਬ੍ਰੇਕ ਤਾਂ ਹੀ ਲੱਗ ਸਕਦੀ ਹੈ, ਸਾਨੂੰ ਕਿਤੇ ਖਦਸ਼ਾ ਆ ਜਾਏ। ਤੋ ਲੋੜ ਹੈ ਉਚਾਰਨਕ ਪੱਖ, ਵਿਆਕਰਣਕ ਪੱਖ ਤੇ ਉਹਦੀ ਅੰਡਰਸਟੈਂਡਿੰਗ ਹੋਵੇ, ਤਾਂ ਫਿਰ ਪਾਠ ਕਰਨ ਜਿੱਥੇ ਰਵਾਨਗੀ ਵੀ ਆਏਗੀ, ਉੱਥੇ ਪਾਠ ਕਰਨ ਵਿੱਚ ਜ਼ਿਆਦਾ ਸਾਨੂੰ ਆਨੰਦ ਔਰ ਫਾਇਦਾ ਵੀ ਪਹੁੰਚੇਗਾ।
ਤਜਿੰਦਰ ਸਿੰਘ ਜੀ ਨੂੰ ਵੀ ਉਹ ਇਹਦੇ ਬਾਰੇ ਹੋਰ ਕਲੀਅਰ ਕਰਨਾ ਚਾਹੁੰਦੇ ਨੇ। ਵੀਰ ਤਜਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। मैं ये नहीं सिर्फ ऐड करना चाहना कि उच्चारण जिहड़ा है वो महत्वपूर्ण तो है ही है, लेकिन जे असी सिर्फ पढ़िए उसनूं तां भी जिहड़ी गुरबाणी है वो सारी व्याकरण अनुसार जिहड़ी लिखी हुई है, ते इस करके असी सिर्फ ये नहीं कह सकते कि जिहड़ी व्याकरण है ਉਹਦਾ उच्चारण दे नाल संबंध है। उच्चारण एक पार्ट है ਜਦੋਂ ਅਸੀਂ ਉਹਦਾ उच्चारण करते हैं, ਤੇ ਜੇਕਰ उच्चारण नहीं भी करते वैसे पाठ करते हैं ਤਾਂ ਵੈਸੇ ਵੀ ਵਿਆਕਰਨ ਦਾ ਜਿਹੜਾ ਸਾਨੂੰ ਉਹ ਸਾਰੇ ਗੁਰਬਾਣੀ ਵਿਆਕਰਨ ਅਨੁਸਾਰ ਲਿਖੀ ਹੋਈ ਹੈ, ਤੇ ਉਹਦੇ ਸਮਝ ਸਾਨੂੰ ਉਸ ਤਰੀਕੇ ਨਾਲ ਵੀ ਆਉਂਦੀ ਹੈ, ਤੇ ਉਸ ਨੂੰ ਸਮਝਦੇ ਹਾਂ ਜਦੋਂ ਫਿਰ ਅਸੀਂ ਉਚਾਰਨ ਵਾਲੇ ਪਾਸੇ ਜਾਂਦੇ ਹਾਂ, ਉਚਾਰਨ ਕਰਨ ਲੱਗਿਆ। ਤੇ ਇਹ ਦੋਨੋਂ ਪੱਖ ਜਿਹੜੇ ਹਨ ਇਹਦੇ ਚ ਮਹੱਤਵਪੂਰਨ ਹਨ, ਤੇ ਗੁਰਬਾਣੀ ਦਾ ਅੰਡਰਸਟੈਂਡਿੰਗ ਵਿਆਕਰਨ ਦੀ ਔਰ ਫਿਰ ਉਚਾਰਨ ਵੀ ਇੱਕ ਪਾਰਟ ਹੈਗਾ ਜਿਹੜਾ ਇਹਦਾ ਵਿਆਕਰਨ ਦਾ ਹੈ, ਤੇ ਦੋਨੋਂ ਪੱਖਾਂ ਨੂੰ ਸਾਨੂੰ ਨਾਲ ਨਾਲ ਰੱਖਣਾ ਚਾਹੀਦਾ ਹੈ। ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਿੰਘ ਜੀ, ਆਪਾਂ ਜੇ ਥੋੜਾ ਜਿਹਾ 150 ਸਾਲ ਪਿੱਛੇ ਝਾਤੀ ਮਾਰੀਏ ਤਾਂ ਗੁਰਬਾਣੀ ਸੰਥਿਆ ਤੇ ਬੜਾ ਜ਼ੋਰ ਦਿੱਤਾ ਜਾਂਦਾ ਸੀ। ਹੁਣ ਪਿਛਲੇ 4-5 ਦਹਾਕਿਆਂ ਵਿੱਚ ਜਾਂ ਤੇ ਕੁਝ ਸਾਡੀ ਦੌੜ ਵੱਧ ਗਈ ਹੈ ਤੇ ਸਾਡੇ ਕੋਲ ਸਮਾਂ ਘਟ ਗਿਆ, ਤੇ ਇਸ ਕਰਕੇ ਅਸੀਂ ਹੁਣ ਬਹੁਤਾ ਸ਼ਾਇਦ ਜ਼ੋਰ ਨਹੀਂ ਲਾਉਂਦੇ, ਕਿਉਂਕਿ ਮੈਨੂੰ ਯਾਦ ਹੈ ਵੀ ਜਿਸ ਵੇਲੇ ਅਸੀਂ ਬਚਪਨੋਂ ਹੀ ਸਾਂ ਉਸ ਵੇਲੇ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਸਨ ਉਹ ਮਤਲਬ ਹੈ ਵੀ ਖਾਸ ਕਰਕੇ ਯੰਗ ਜਨਰੇਸ਼ਨ ਨੂੰ ਸੰਥਿਆ ਦਿੰਦੇ ਨੇ ਸਪਾਠ ਦੀ, ਉਹ ਬੜੀ ਜ਼ਰੂਰੀ ਹੈ। ਹੁਣ ਵੀ ਕੁਝ ਇੱਕ ਜਿਹੜੀਆਂ ਸੰਸਥਾਵਾਂ ਨੇ, ਸੰਪਰਦਾਵਾਂ ਨੇ, ਉਹਨਾਂ ਵਿੱਚ ਗੁਰਬਾਣੀ ਦੀ ਸੰਥਿਆ ਦਾ ਸਮਝੋ ਵੀ ਇਹ ਹੈ ਕਿ ਉਹਨਾਂ ਦੇ ਕੰਪਲਸਰੀ ਹੈ, ਔਰ ਉਹ ਬੜੀ ਵਧੀਆ ਗੱਲ ਹੈ, ਸਾਨੂੰ ਫੋਲੋ ਕਰਨੀ ਚਾਹੀਦੀ। ਤਾਂ ਇਸ ਕਰਕੇ ਗੁਰਬਾਣੀ ਦੀ ਸੰਥਿਆ ਤੇ ਮੈਂ ਸਮਝਦਾ ਵੀ ਹਰ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਦੀ ਸੰਥਿਆ ਹੋਣੀ ਚਾਹੀਦੀ ਹੈ, ਕਿਉਂਕਿ ਸੰਥਿਆ ਨਾ ਹੋਣ ਕਰਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਆ ਰਹੀਆਂ। ਜਿਸ ਵੇਲੇ ਸੰਥਿਆ ਹੁੰਦੀ ਹੈ ਤੇ ਸੰਥਿਆ ਦੇਣ ਵਾਲਾ ਸਾਨੂੰ ਵੀ ਅਕਲ, ਸ਼ਾਇਦ ਅਸੀਂ ਉਸ ਤੋਂ ਪਿੱਛੇ ਹਟ ਗਏ। ਸਾਡਾ ਕੰਮ ਜਿਵੇਂ ਪਦਾਰਥਵਾਦੀ ਯੁੱਗ ਵਿੱਚ ਸਾਡਾ ਵੱਧ ਤੋਂ ਵੱਧ ਪਦਾਰਥ ਇਕੱਠੇ ਕਰਨਾ ਹੈ, ਇਸੇ ਤਰ੍ਹਾਂ ਅਸੀਂ ਹੁਣ ਕੁਆਲਿਟੀ ਦੀ ਥਾਂ ਤੇ ਕੁਆਂਟੀਟੀ ਵੱਲ ਸ਼ਾਇਦ ਦੌੜ ਰਹੇ, ਮੈਨੂੰ ਖਿਮਾ ਕਰਨਾ। ਤਾਂ ਇਸ ਜਿਹੜਾ ਰਿਵਾਜ ਹੈ ਇਹ ਪੈਣਾ ਬੜਾ ਜ਼ਰੂਰੀ ਹੈ। ਤਾਂ ਸਤਿਗੁਰਾਂ ਦੀ ਕਿਰਪਾ ਅਨੁਸਾਰ ਪਿਛਲੇ ਹਫ਼ਤੇ ਤੋਂ ਇਸ ਪਲੇਟਫਾਰਮ ਤੇ ਵੀ ਹੁਣ ਹਫ਼ਤੇ 'ਚ ਇੱਕ ਦਿਨ ਗੁਰਬਾਣੀ ਸੰਥਿਆ ਦਾ ਕੰਮ ਸ਼ੁਰੂ ਹੋਇਆ। ਵੀਰ ਜਗੀਰ ਸਿੰਘ ਜੀ ਨੇ ਸ਼ੁੱਕਰਵਾਰ ਕੀਤੀ ਹੈ, ਉਹਦੇ ਸਮੇਂ 'ਚ ਸਤਿਗੁਰਾਂ ਦੀ ਕਿਰਪਾ ਅਨੁਸਾਰ ਇਹਨੂੰ ਜਾਰੀ ਰੱਖਿਆ ਜਾਏਗਾ। ਪਰ ਮੇਰੀ ਬੇਨਤੀ ਹੈ ਸੰਗਤ ਨੂੰ ਕਿ ਜਿੱਥੇ ਜਿੱਥੇ ਵੀ ਆਪਾਂ ਹਾਂ ਉੱਥੇ ਆਲੇ ਦੁਆਲੇ ਸਾਡੀਆਂ ਜਿਹੜੀਆਂ ਇੰਸਟੀਟਿਊਸ਼ਨਸ ਨੇ ਅਸੀਂ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਹਾਂ ਕਿ ਗੁਰਬਾਣੀ ਸੰਥਿਆ ਤੇ ਜ਼ੋਰ ਦਿੱਤਾ ਜਾਏ, ਕਿਉਂਕਿ ਗੁਰਬਾਣੀ ਤਾਂ ਫਿਰ ਬਾਣੀ ਨੂੰ ਪੜ੍ਹਨ ਦਾ ਆਨੰਦ ਆਏਗਾ ਤੇ ਇਸ ਪਾਸੇ ਜ਼ਿਆਦਾ ਸੰਗਤਾਂ ਜਿਹੜੀਆਂ ਨੇ ਲੱਗਣਗੀਆਂ। ਔਰ ਪਰਟੀਕੁਲਰਲੀ ਸਾਡੀ ਜਿਹੜੀ ਯੰਗ ਜਨਰੇਸ਼ਨ ਹੈ, ਉਹ ਸਾਡਾ ਵੇਲਾ ਕੁਛ ਐਸਾ ਸੀ ਜੋ ਬਜ਼ੁਰਗਾਂ ਨੇ ਕਹਿ ਦਿੱਤਾ ਚੁੱਪ ਕਰਕੇ ਅਸੀਂ ਮੰਨ ਲਿਆ, ਪਰ ਹੁਣ ਦੀ ਜਿਹੜੀ ਜਨਰੇਸ਼ਨ ਹੈ ਉਹ ਇਫ ਐਂਡ ਬਟ ਵਾਈ ਸਭ ਕੁਝ ਲਾਉਂਦੀਆਂ ਨੇ। ਇਸ ਕਰਕੇ ਉਹਨਾਂ ਨੂੰ ਬਾਣੀ ਦੀ ਸਮਝ ਆਏਗੀ ਤੇ ਉਹਨਾਂ ਦੀ ਅਡੈਪਟੇਬਿਲਿਟੀ ਜ਼ਿਆਦਾ ਵਧੀਆ ਹੈ। ਅੱਜ ਦੀ ਜਨਰੇਸ਼ਨ ਦੀ ਲੋੜ ਹੈ ਸੰਥਿਆ ਦੀ, ਬੇਨਤੀ ਪ੍ਰਵਾਨ ਕਰਨਾ। ਤਾਂ ਆਓ ਸਾਧ ਸੰਗਤ ਜੀ ਆਪਾਂ ਅਗਲੇ ਸਵਾਲ ਵੱਲ ਚੱਲੀਏ। ਇਹ ਸਵਾਲ ਸਰਦਾਰ ਕੁਲਦੀਪ ਸਿੰਘ ਜੀ ਫਿਰੋਜ਼ਪੁਰ ਵਾਲਿਆਂ ਦਾ ਪਿਛਲੇ ਹਫ਼ਤੇ ਪੈਂਡਿੰਗ ਰਹਿ ਗਿਆ ਸੀਗਾ। ਇਹ ਗੋੜੀ ਮਹਿਲਾ 9ਵਾਂ ਸ਼ਬਦ ਹੈ ਜੀ, ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਆਸਰ ਮਾਨੈ, ਅਚਰਜ ਲਖਿਆ ਨਾ ਜਾਏ। ਉਹ ਕਹਿੰਦੇ ਨੇ ਈੜੀ ਨੂੰ ਸਿਹਾਰੀ ਤੇ ਕੱਕੇ ਨੂੰ ਸਿਹਾਰੀ ਇਹ ਬਹੁ ਵਚਨ ਹੈ, ਤੇ ਇੱਕ ਜਿਹੜਾ ਈੜੀ ਨੂੰ ਸਿਹਾਰੀ ਤੇ ਇਸ ਕਰਕੇ ਤੁਸੀਂ ਦੱਸੋ ਵੀ ਇਹਨਾਂ ਦੋ ਗੱਲਾਂ ਨੂੰ ਸਾਹਮਣੇ ਰੱਖ ਕੇ ਦੇਖੋ, ਇਹ ਵਿਆਕਰਣਕ ਪੱਖ ਹੀ ਨੇ ਵੀ ਸਿਹਾਰੀ ਵਾਲਾ ਕੱਕਾ ਤੇ ਮੁਕਤਾ ਕੱਕਾ, ਇਹ ਜਿਹੜੀਆਂ ਸ਼ਬਦ ਨੇ ਇਹਦੇ ਭਾਵ ਕੀ ਨੇ। ਮੈਂ ਬੇਨਤੀ ਕਰ ਰਿਹਾ ਵੀਰ ਕੀਰਤਨ ਸਿੰਘ ਜੀ ਨੂੰ ਵੀ ਇਹਦੇ ਬਾਰੇ ਸਾਨੂੰ ਦੱਸਣ ਕਿ ਸਾਧੂ ਰਚਨਾ ਰਾਮ ਬਣਾਈ, ਇੱਕ ਬਿਨਸਾ ਇੱਕ ਅਸਰ ਮਨ ਅਚਰਜ ਲਿਖਿਆ ਨਾ ਜਾਏ। ਇੱਕ ਦੀ ਇੱਕ ਸਿਹਾਰੀ ਨਾਲ ਹੈ ਕੱਕਾ, ਦੂਜਾ ਮੁਕਤਾ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜੋ ਦੋ ਵਾਰੀ ਇੱਕ ਸ਼ਬਦ ਇਸਤੇਮਾਲ ਹੋਇਆ ਹੈ, ਇੱਕ ਦੇ ਵਿੱਚ ਸਿਹਾਰੀ ਅੰਤ ਹੈ, ਇੱਕ ਵਿੱਚ ਮੁਕਤਾ ਅੰਤ ਹੈ। ਤੇ ਵੀਰ ਜੀ ਦਾ ਇਹ ਸਵਾਲ ਹੈ ਕਿ ਜਦੋਂ ਮੁਕਤਾ ਅੰਤ ਹੈ ਤਾਂ ਇਹ ਇਸਤਰੀ ਲਿੰਗ ਦਾ ਅਰਥ ਦਿੰਦਾ ਹੈ, ਤਾਂ ਇਹਦੇ ਬਾਰੇ ਦੱਸਿਆ ਜਾਵੇ। ਤੇ ਵਿਆਕਰਨ ਅਨੁਸਾਰ ਜੋ ਅਰਥ ਕੀਤੇ ਗਏ ਹਨ ਉਹ ਆਪਾਂ ਸਮਝ ਲਈਏ ਤਾਂ ਕਿ ਆਪਾਂ ਗੱਲ ਅੱਗੇ ਕਰ ਸਕੀਏ।
पंक्ति है, एक बिनसै एक अस्थिर मन है, अचरज लिखियो ना जाई। तो ਇਹਦੇ ਅਰਥ ਹਾਂ ਜੀ, ਇੱਕ ਮਨੁੱਖ ਤਾਂ ਮਰਦਾ ਹੈ, ਪਰ ਦੂਜਾ ਮਨੁੱਖ ਨੂੰ ਉਸ ਨੂੰ ਮਰਦਿਆਂ ਦੇਖ ਕੇ ਵੀ ਆਪਣੇ ਆਪ ਨੂੰ ਸਦਾ ਟਿਕੇ ਰਹਿਣ ਵਾਲਾ ਸਮਝਦਾ ਹੈ। ਇਹ ਇੱਕ ਅਚਰਜ ਤਮਾਸ਼ਾ ਹੈ ਜੋ ਬਿਆਨ ਨਹੀਂ ਕੀਤਾ ਜਾ ਸਕਦਾ। तो ਇਹਨਾਂ ਅਰਥਾਂ ਤੋਂ ਇੱਕ ਗੱਲ ਸਪਸ਼ਟ ਹੈ ਕਿ ਜੋ ਮੁਕਤਾ ਅੰਤ ਵਾਲਾ ਇੱਕ ਹੈ, ਉਹਦਾ ਅਰਥ ਵੀ ਇਸਤਰੀ ਲਿੰਗ ਦੇ ਵਿੱਚ ਨਹੀਂ ਬਣਦਾ। ਤੋ ਪਰੰਤੂ ਜੋ ਵੀਰ ਜੀ ਨੇ ਲਿਖਿਆ ਹੈ ਕਿ ਜੇ ਆਮ ਵਿਆਕਰਣ ਨੂੰ ਦੇਖਿਆ ਜਾਵੇ ਤਾਂ ਇੱਕ ਦਾ ਅਰਥ ਜੋ ਮੁਕਤਾ ਅੰਤ ਵਾਲਾ ਹੈ, ਜਾਂ ਤਾਂ ਇਸਤਰੀ ਲਿੰਗ ਬਣੇਗਾ ਜਾਂ ਬਹੁਵਚਨ ਵਾਲਾ ਬਣੇਗਾ। ਇੱਥੇ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਸ਼ਬਦ ਜਿਹੜਾ ਹੈ ਉਹ ਅਜਿਹਾ ਸ਼ਬਦ ਹੈ ਜਿਸ ਦੀ ਗੁਰਬਾਣੀ ਦੇ ਵਿੱਚ ਬਹੁ ਭਾਂਤੀ ਵਰਤੋਂ ਹੋਈ ਹੈ। ਇਹ ਨਾਮ ਦੇ ਰੂਪ ਵਿੱਚ ਵੀ ਵਰਤਿਆ ਗਿਆ ਹੈ, ਵਿਸ਼ੇਸ਼ਣ ਦੇ ਰੂਪ ਵਿੱਚ ਵੀ ਵਰਤਿਆ ਗਿਆ ਹੈ, ਪੁਲਿੰਗ ਦੇ ਰੂਪ ਵਿੱਚ ਵੀ ਵਰਤਿਆ ਗਿਆ ਹੈ, ਇਸਤਰੀ ਲਿੰਗ ਤੇ ਫਿਰ ਪੜਨਾਮ ਵਿਸ਼ੇਸ਼ਣ, ਇਹ ਸਭ ਕੁਝ ਕੰਬੀਨੇਸ਼ਨ ਦੋਵਾਂ ਦੇ ਵਿੱਚ ਵਰਤੇ ਗਏ ਹਨ। ਇਹ ਗੱਲ ਠੀਕ ਹੈ ਕਿ ਬਹੁਤ ਸਾਰੀਆਂ ਪੰਕਤੀਆਂ ਵਿੱਚ, ਆਪਾਂ ਇਹ ਕਹਿ ਲਈਏ ਕਿ ਅਨੇਕਾਂ ਪੰਕਤੀਆਂ ਦੇ ਵਿੱਚ ਇੱਕ ਜਿੱਥੇ ਦੋ ਵਾਰੀ ਵਰਤਿਆ ਗਿਆ ਹੈ, ਦੋਵੇਂ ਸਿਹਾਰੀ ਅੰਤ ਵਾਲੇ ਵਰਤੇ ਗਏ ਹਨ ਤੇ ਦੋਵਾਂ ਦਾ ਅਰਥ ਜਿਹੜਾ ਹੈ ਉਹ ਅਨੇਕ ਜਾਂ ਬਹੁਤ ਸਾਰੇ ਦੇ ਸ਼ਬਦਾਂ ਦੇ ਵਿੱਚ, ਅਰਥਾਂ ਦੇ ਵਿੱਚ ਵਰਤਿਆ ਗਿਆ ਹੈ। ਤਾਂ ਮੈਂ ਜ਼ਿਆਦਾ ਪੰਕਤੀਆਂ ਇੱਥੇ ਕੋਟ ਨਹੀਂ ਕਰ ਰਿਹਾ। ਜਿਸ ਤਰ੍ਹਾਂ ਕਿ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ, ਹੁਣ ਇਹਦੇ ਵਿੱਚ ਵੀ ਇੱਕ ਦਾ ਸ਼ਬਦ ਗਿਣਤੀ ਦਾ ਇੱਕ ਨਹੀਂ ਹੈ, ਬਲਕਿ ਇਹ ਅਨੇਕ ਹੀ ਹੈ ਕਿ ਕਈ ਜਿਹੜੇ ਹਨ ਉਹ ਦਾਤੇ ਹਨ ਤੇ ਕਈ ਭਿਖਾਰੀ ਹਨ, ਔਰ ਇਹ ਇੱਕ ਅਚਰਜ ਤੇਰਾ ਕੌਤਕ ਹੈ। ਇਸੇ ਤਰ੍ਹਾਂ ਹੀ ਆਪਾਂ ਹੋਰ ਜੋ ਪੰਕਤੀਆਂ ਜਿਵੇਂ ਉਦਾਹਰਨ ਦੇ ਤੌਰ ਤੇ ਆਪਾਂ ਲੈ ਸਕਦੇ ਹਾਂ, ਉਹਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਜਪਜੀ ਸਾਹਿਬ ਦੇ ਵਿੱਚ ਹੀ ਕਈ ਥਾਵਾਂ ਤੇ ਵਰਤਿਆ ਗਿਆ ਹੈ। ਤੇ ਲੇਕਿਨ ਇਸੇ ਭਾਵ ਨੂੰ ਦੱਸਣ ਲਈ ਸਿਰਫ ਇਹ ਇੱਕ ਸ਼ਬਦ ਸਿਹਾਰੀ ਅੰਤ ਵਾਲੇ ਹੀ ਨਹੀਂ ਵਰਤੇ ਗਏ, ਇਹਨਾਂ ਦੇ ਰੂਪ ਬਦਲ ਕੇ ਵੀ ਵਰਤੇ ਗਏ। ਜਿਵੇਂ ਕਿ ਇੱਥੇ ਮੈਂ ਕੁਝ ਪੰਕਤੀਆਂ ਆਪ ਜੀ ਨੂੰ ਦੱਸਾਂਗਾ ਜਿਹਦੇ ਵਿੱਚ ਇੱਕ ਸਿਹਾਰੀ ਅੰਤ ਵਾਲਾ, ਕੱਕੇ ਨੂੰ ਸਿਹਾਰੀ ਜਿਹਦੇ ਚ ਲੱਗਦੀ ਹੈ ਉਹ ਹੈ, ਤੇ ਉਹਦੇ ਨਾਲ ਉਹੀ ਸ਼ਬਦ ਦੁਬਾਰਾ ਵਰਤਣ ਦੀ ਥਾਂ ਤੇ ਇਕਨਾ ਜਾਂ ਇਕਨੀ ਇਹ ਸ਼ਬਦ ਵਰਤੇ ਗਏ ਹਨ। ਮੈਂ ਪੰਕਤੀਆਂ ਪੜ੍ਹ ਰਿਹਾ ਹਾਂ ਜੀ। ਇਕਨਾ ਬਖਸ਼ੈ ਮੇਲ ਲੈ, ਇੱਕ ਦਰਗਾਹ ਮਾਰ ਕੱਢੇ ਘੂੜਿਆ, ਇਹ ਪੰਨਾ 427 ਤੇ ਹੈ ਜੀ। ਇਕਨਾ ਗਲੀ ਜੰਜੀਰੀਆਂ ਇੱਕ ਤੁਰੀ ਚੜ੍ਹਨ ਬੇਸਿਆਰ, ਇਕਨੀ ਦੁੱਧ ਸਮਾਈਐ ਇੱਕ ਚੁੱਲ੍ਹੇ ਰਹਿਣ ਚੜੇ। ਇਹ ਆਸਾ ਦੀ ਵਾਰ ਵਿੱਚ ਹਨ ਦੋਨੋਂ ਕੋਟੇਸ਼ਨਸ। ਇੱਕ ਉਪਾਏ ਮੰਗਤੇ ਇਕਨਾ ਵੱਡੇ ਦਰਬਾਰ, ਇੱਕ ਨਿਰਧਨ ਸਦਾ ਭੌਂਕਦੇ ਇਕਨਾ ਭਰੇ ਤੁਜਾਰਾ। ਫਿਰ ਇਸੇ ਤਰ੍ਹਾਂ ਹੀ ਇੱਕ ਹੋਏ ਅਸਵਾਰ ਇਕਨਾ ਸਾਖਤੀ, तो इकनी बदे भार इकना ताकती। तो इत्थे मैं कहना ये चाहता हाँ कि ये कोई फिक्स्ड तरीका नहीं है, सतगुरु जी ने ये होर रूप भी वरते हैं। इसे तरह ही ये शब्द जो है इस पंक्ति भी जी अंडर रेफरेंस है, एक बिनस है एक अस्थिर मन है, अचरज लखे होना चाहिए, जिहदे एक वेरा एक दा सिहारी अंत है तो एक विच मुक्ता अंत है। अर्थ इत्थे भी ਉਹੀ ਹੈ ਜਿਵੇਂ ਕਿ ਅਰਥ ਕਰਕੇ ਦੱਸਿਆ ਗਿਆ ਹੈ। ਅਰਥਾਂ ਦੇ ਵਿੱਚ ਉਹ ਇਸਤਰੀ ਲਿੰਗ ਜਾਂ ਉਹ ਨਹੀਂ ਫਰਕ ਪਿਆ, ਕਿਉਂਕਿ ਇਹ ਕੰਟੈਕਸਟ ਦੇ ਅਨੁਸਾਰ ਸਾਨੂੰ ਦੇਖਣਾ ਪਏਗਾ। ਇੱਕ ਹੋਰ ਪੰਕਤੀ ਜੋ ਮੈਨੂੰ ਲੱਭੀ ਹੈ ਕਿ ਉਹਦੇ ਵਿੱਚ ਵੀ ਇਸੇ ਰੂਪ ਵਿੱਚ ਹੀ ਵਰਤਿਆ ਗਿਆ ਹੈ। ਪੰਨਾ 1283 ਉੱਤੇ ਤੀਜੇ ਪਾਤਸ਼ਾਹ ਦਾ ਸ਼ਬਦ ਹੈ, ਇੱਕ ਦਾਤੇ ਇੱਕ ਮੰਗਤੇ ਸਭਨਾ ਸਿਰ ਸੋਈ। ਇੱਥੇ ਵੀ ਇੱਕ ਵੇਰਾ ਇਹਨੂੰ ਸਿਹਾਰੀ ਅੰਤ ਨਾਲ ਵਰਤਿਆ ਗਿਆ ਹੈ ਤੇ ਇੱਕ ਵਾਰੀ ਮੁਕਤਾ ਅੰਤ ਨਾਲ ਵਰਤਿਆ ਗਿਆ ਹੈ। ਤਾਂ ਇਸ ਤੋਂ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਸਾਰੀਆਂ ਥਾਵਾਂ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਹੈ ਉਹਨਾਂ ਦੇ ਵਿੱਚ ਇਹ ਜੋ ਹੈ ਭਾਵ ਅਰਥ ਸੇਮ ਹੈ, ਕਿਤੇ ਇਹ ਮੁਕਤਾ ਅੰਤ ਹੈ, ਕਿਤੇ ਸਿਹਾਰੀ ਅੰਤ ਹੈ। ਇਸ ਤੋਂ ਇਲਾਵਾ ਜੋ ਇੱਕ ਸ਼ਬਦ ਹੈ ਇਹਦਾ ਔਂਕੜ ਵਾਲਾ ਅੰਤ ਵੀ ਵਰਤਿਆ ਗਿਆ ਹੈ ਤੇ ਉੱਥੇ ਇਹ ਪੁਲਿੰਗ ਰੂਪ ਵਿੱਚ ਵੀ ਵਰਤਿਆ ਗਿਆ ਹੈ, ਇੱਕ ਵਚਨ ਪੁਲਿੰਗ ਦੇ ਰੂਪ ਵਿੱਚ। ਜਿਸ ਤਰ੍ਹਾਂ ਆਪਾਂ ਜਪਜੀ ਸਾਹਿਬ ਦੇ ਵਿੱਚ 2 ਵਾਰੀ ਆਪਾਂ ਇਹ ਵਰਤਿਆ ਹੈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਇਸੇ ਤਰ੍ਹਾਂ ਹੀ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ।
ਤੋ ਇਹਨਾਂ ਸਾਰੀਆਂ ਪੰਕਤੀਆਂ, ਦੋ ਪੰਕਤੀਆਂ ਵਿੱਚ ਜਿਹੜਾ 4 ਵਾਰੀ ਇੱਕ ਸ਼ਬਦ ਆਇਆ ਹੈ ਉਹ ਔਂਕੜ ਅੰਤ ਵਾਲਾ ਆਇਆ ਹੈ। ਇੱਥੇ ਗਿਣਤੀਵਾਚਕ ਇੱਕ ਦੇ ਰੂਪ ਵਿੱਚ ਆਇਆ ਹੈ, ਪਰ ਜਿਹੜਾ ਅਸੀਂ ਸ਼ਬਦ ਅੰਡਰ ਰੈਫਰੈਂਸ ਹੈ ਉਹਦੇ ਵਿੱਚ ਇਹ ਗਿਣਤੀਵਾਚਕ ਨਹੀਂ, ਇਹ ਇੱਕ ਮੁਹਾਵਰੇ ਦੇ ਤੌਰ ਤੇ ਵਰਤਿਆ ਗਿਆ ਹੈ ਕਿ ਇੱਕ ਮਨੁੱਖ ਤਾਂ ਮਰਦਾ ਹੈ ਪਰ ਦੂਜਾ ਮਨੁੱਖ ਉਸ ਨੂੰ ਮਰਦਿਆਂ ਦੇਖ ਕੇ ਆਪਣੇ ਆਪ ਨੂੰ ਸਦਾ ਟਿਕੇ ਰਹਿਣ ਵਾਲਾ ਸਮਝਦਾ ਹੈ। ਤੋ ਇਹ ਗੱਲ ਕਰਨ ਦੇ ਢੰਗ ਦੇ ਵਿੱਚ ਇਹਦਾ ਅਰਥ ਹੈ, ਨਾ ਕਿ ਇੱਥੇ ਕੋਈ ਗਿਣਤੀਆਂ ਦਾ ਹਿਸਾਬ ਕਿਤਾਬ ਕੀਤਾ ਗਿਆ ਹੈ। ਫਿਰ ਗੱਲ ਸਿਰਫ ਇੱਥੇ ਹੀ ਨਹੀਂ ਹੈ। ਇੱਕ ਸ਼ਬਦ ਜੋ ਕੱਕਾ ਮੁਕਤਾ ਨਾਲ ਆਉਂਦਾ ਹੈ, ਇਹ ਕਈ ਵਾਰ ਦੋ ਸ਼ਬਦਾਂ ਦੇ ਨਾਲ ਰਲਾ ਕੇ ਆਉਂਦਾ ਹੈ। ਤੋ ਹਾਲਾਂਕਿ ਪਦ ਛੇਦ ਕਰਨ ਲੱਗਿਆ ਇਹਨਾਂ ਨੂੰ ਵੱਖਰੇ ਕਰ ਦਿੱਤਾ ਗਿਆ ਹੈ। ਜਿਸ ਤਰ੍ਹਾਂ ਅਸੀਂ ਬਹੁਤ ਵੇਰਾਂ ਸ਼ਬਦ ਆਉਂਦਾ ਹੈ, ਇੱਕ ਮਨ, ਇੱਕ ਚਿੱਤ, ਇੱਕ ਭਾਏ, ਇਹ ਗੁਰਬਾਣੀ ਦੇ ਵਿੱਚ ਬਾਰ-ਬਾਰ ਸ਼ਬਦ ਵਰਤੇ ਗਏ ਹਨ। ਹੁਣ ਇੱਥੇ ਇੱਕ ਦਾ ਵਰਤੋਂ ਜਦੋਂ ਅਸੀਂ ਅਰਥ ਕਰਦੇ ਹਾਂ, ਇਹ ਗਿਣਤੀਵਾਚਕ ਅਰਥ ਦੀ ਥਾਂ ਦੇ ਉੱਤੇ ਇਹ ਮਨ ਦੀ ਅਵਸਥਾ, ਇਕਾਗਰ ਚਿੱਤ, ਇਕਾਗਰ ਮਨ ਇਹ ਹੋਣ ਦੀ ਹੈ। ਤੋ ਇਸ ਤਰ੍ਹਾਂ ਇਹਨੂੰ ਜੋ ਸਮਾਸ ਰੂਪ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਅਰਥ ਇਕੱਠੇ ਹੋਣੇ ਹਨ, ਤੇ ਇਕੱਠੇ ਹੋਣ ਕਰਕੇ ਜਿਹੜੀ ਸਿਹਾਰੀ ਹੈ ਉਹ ਕੱਕੇ ਨਾਲੋਂ ਉਤਰ ਕੇ ਜਿਵੇਂ ਇੱਕ ਮਨ ਦੇ ਨੰਨੇ ਨਾਲ ਲੱਗ ਗਈ ਹੈ। ਲੇਕਿਨ ਇਹਦਾ ਅਰਥ ਇੱਕ ਦੇ ਵਿੱਚ ਵੀ ਸਿਹਾਰੀ ਵਾਲਾ ਹੀ ਲਿਆ ਜਾਏਗਾ। ਜਿਸ ਤਰ੍ਹਾਂ ਹੈ ਕਿ ਭਾਈ ਰੇ ਇੱਕ ਮਨ ਨਾਮ ਧਿਆਏ, ਜਿਨੀ ਇੱਕ ਹੋਰ ਪੰਕਤੀ ਹੈ, ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ, ਜਾਂ ਮੇਰੇ ਮਨ ਹਰ ਭਜ ਸਦਾ ਇੱਕ ਰੰਗ। ਤੋ ਇੱਥੇ ਇੱਕ ਮਨ ਤੇ ਇੱਕ ਰੰਗ, ਸਾਨੂੰ ਇਹਨਾਂ ਦੇ ਅਰਥ ਮਤਲਬ ਇਕੱਠੇ ਕਰਨੇ ਪੈਣਗੇ। ਇੱਕ ਤੇ ਰੰਗ ਦੇ ਅਸੀਂ ਵੱਖਰੇ ਵੱਖਰੇ ਅਰਥ ਨਹੀਂ ਕਰ ਸਕਦੇ। ਜਦੋਂ ਤੱਕ ਇਹਨਾਂ ਦੋਵਾਂ ਨੂੰ ਮਿਲਾ ਕੇ ਅਰਥ ਨਹੀਂ ਕਰਾਂਗੇ ਤੋ ਇਹ ਅਰਥ ਠੀਕ ਨਹੀਂ ਹੋ ਸਕਦੇ। ਹੁਣ ਇਹ ਉਦਾਹਰਨਾਂ ਆਖਰੀ ਵਾਲੀਆਂ ਜੋ ਮੈਂ ਦਿੱਤੀਆਂ ਨੇ, ਉਹਨਾਂ ਦਾ ਸਿਰਫ ਕੇਵਲ ਇੱਕੋ ਹੀ ਮਤਲਬ ਮੰਤਵ ਸੀ ਕਿ ਇਹ ਦੱਸਣ ਲਈ ਕਿ ਅਸੀਂ ਇੱਕ ਸ਼ਬਦ, ਇੱਕ ਅਜਿਹਾ ਸ਼ਬਦ ਹੈ ਜਿਹਦੀ ਬਹੁਤ ਵੈਰਾਈਟੀ ਦੇ ਨਾਲ ਬਹੁਤ ਭਾਂਤੀ ਵਰਤੋਂ ਕੀਤੀ ਗਈ ਹੈ। ਅਸੀਂ ਕੇਵਲ ਇੱਕ ਨਿਯਮ ਨੂੰ ਲੈ ਕੇ ਹਰ ਥਾਂ ਦੇ ਉੱਤੇ ਅਪਲਾਈ ਨਹੀਂ ਕਰ ਸਕਦੇ ਕਿ ਇਹ ਇਸਤਰੀ ਲਿੰਗ ਹੈ, ਪੁਰਸ਼ ਹੈ, ਪੁਰਖ ਹੈ, ਪੁਲਿੰਗ ਹੈ। ਤੋ ਇਹਨੂੰ ਚਾਹੇ ਇਹ ਆਪਾਂ ਗਿਣਤੀ ਦੇ ਹਿਸਾਬ ਨਾਲ ਦੇਖਿਆ ਜਾਏ ਕਿ ਗਿਣਤੀ ਇੱਕ ਦੇ ਵਾਸਤੇ ਵਰਤਿਆ ਗਿਆ ਹੈ, ਕਈ ਥਾਂ ਤੇ ਇਹਦਾ ਅਰਥ ਅਨੇਕਾਂ ਦਾ ਹੈ, ਕਈ ਥਾਂ ਤੇ ਇਹਦਾ ਅਰਥ ਦੂਜਾ ਹੈ, ਜਿਵੇਂ ਕਿ ਇਸ ਅੰਡਰ ਰੈਫਰੈਂਸ ਪੰਕਤੀ ਦੇ ਵਿੱਚ ਦੂਜਾ ਮਨੁੱਖ ਕਿਹਾ ਗਿਆ ਹੈ। ਇਸੇ ਤਰ੍ਹਾਂ ਹੀ ਇਹਦੇ ਰੂਪ ਵੀ ਅਨੇਕ ਹਨ, ਪੜਨਾਮ ਵੀ ਹੈ, ਵਿਸ਼ੇਸ਼ਣ ਵੀ ਹੈ, ਨਾਮ ਵੀ ਹੈ। ਤੋ ਇਸ ਕਰਕੇ ਇਹਨੂੰ ਇੱਕ ਆਪਾਂ ਚੌਖਟੇ ਦੇ ਵਿੱਚ ਜੜ ਕੇ ਇਹਦੇ ਅਰਥ ਨਹੀਂ ਕਰ ਸਕਦੇ। ਇਹ ਸਾਨੂੰ ਕੰਟੈਕਸਟ ਦਾ ਧਿਆਨ ਕਰਕੇ ਇਹਦੇ ਅਰਥ ਕੀਤੇ ਜਾਣੇ ਚਾਹੀਦੇ ਹਨ ਜੀ। ਬਾਕੀ ਇਹ ਵਿਸ਼ਾ ਬਹੁਤ ਲੰਬਾ ਹੈ, ਮੇਰੀ ਇੰਨੀ ਸਮਝ ਨਹੀਂ ਇਸ ਵਿਸ਼ੇ ਦੇ ਬਾਰੇ। ਇਹਦੇ ਵਾਸਤੇ ਸ਼ਾਇਦ ਕੋਈ ਲਿੰਗੁਇਸਟਿਕਸ ਦਾ ਬੰਦਾ ਹੋਰ ਜ਼ਿਆਦਾ ਸਮਝ ਦੇ ਸਕੇ। ਪਰ ਜਿੱਥੋਂ ਤੱਕ ਇੱਕ ਆਮ ਸਧਾਰਨ ਸਿੱਖ ਦੀ ਵਰਤੋਂ ਦੀ ਗੱਲ ਹੈ, ਮੇਰਾ ਖਿਆਲ ਹੈ ਕਿ ਇਹਦੇ ਨਾਲ ਸਾਡਾ ਕੰਮ ਚੱਲ ਜਾਣਾ ਚਾਹੀਦਾ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਪ੍ਰਭ ਕੀਰਤਨ ਸਿੰਘ ਜੀ ਨੇ ਸਾਨੂੰ ਇੱਕ ਦੇ ਵੱਖ-ਵੱਖ ਸਰੂਪ ਜਿਹੜੇ ਨੇ ਉਹ ਵੀ ਸਾਨੂੰ ਜਿੱਥੇ ਦੱਸੇ ਨੇ, ਉੱਥੇ ਗੁਰਬਾਣੀ ਦੀਆਂ ਬਹੁਤ ਸਾਰੀਆਂ ਤੁਕਾਂ ਜਿਹੜੀਆਂ ਮਿਹਨਤ ਨਾਲ ਲੱਭ ਕੇ ਸਾਡੇ ਉਹਨਾਂ ਦੇ ਸਰਵਣ ਕਰਾਏ ਨੇ। ਬਹੁਤ ਬਹੁਤ ਧੰਨਵਾਦ ਹੈ ਜੀ। ਸਾਧ ਸੰਗਤ ਮੈਂ ਬੇਨਤੀ ਕਰਦੇ ਹਾਂ, ਗੁਰਬਾਣੀ ਜਿਹੜੀ ਹੈ ਇਹ ਸਮੁੰਦਰ ਹੈ, ਇਹਦੇ ਵਿੱਚ ਜਿੰਨੀ ਕੁ ਡੂੰਘੇ ਜਾਓ ਅੱਗੇ ਤੋਂ ਅੱਗੇ ਹੋਰ ਤੋਂ ਹੋਰ ਮਿਲੇਗਾ। ਤੋ ਇਸੇ ਕਰਕੇ ਗੁਰੂ ਮਹਾਰਾਜ ਨੇ ਸਾਨੂੰ ਜੋ ਬਖਸ਼ਿਸ਼ ਕੀਤੀ ਗੁਰਬਾਣੀ, ਇਹ ਹਰ ਸਿੱਖ ਨੇ ਅਖੀਰਲੇ ਸਵਾਸ ਤੱਕ ਬਾਣੀ ਨਾਲ ਜੁੜੇ ਰਹਿਣਾ, ਪੜ੍ਹਨਾ, ਔਰ ਇਹਦੇ ਚੋਂ ਹਰ ਵਾਰੀ ਸਾਨੂੰ ਨਵੀਂ ਗੱਲ ਜਿਹਨੇ ਬੜੀ ਮਿਹਨਤ ਨਾਲ ਸਾਨੂੰ ਇਹ ਜਿਹੜੇ ਕੁਝ ਥੋੜਾ ਜਿਹਾ ਖਦਸ਼ਾ ਆ ਰਿਹਾ ਸੀ ਉਹ ਦੂਰ ਕੀਤਾ ਹੈ। ਬਹੁਤ ਬਹੁਤ ਆਪ ਜੀ ਦਾ ਧੰਨਵਾਦ। ਤੋ ਸਾਧ ਸੰਗਤ ਮੈਂ ਬੇਨਤੀ ਕਰਦੇ ਹਾਂ ਕਿ ਗੁਰਬਾਣੀ ਨੂੰ ਇਹਨਾਂ ਸਾਰਿਆਂ ਸਵਾਲਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਗੁਰਬਾਣੀ ਕਿੱਡਾ ਗੂੜ ਵਿਸ਼ਾ ਔਰ ਕਿਤਨਾ ਜ਼ਰੂਰੀ ਹੈ। ਤੋ ਇਸ ਕਰਕੇ ਆਓ ਅਸੀਂ ਵੱਧ ਤੋਂ ਵੱਧ ਸਮਾਂ ਜਿਹੜਾ ਹੈ ਉਹ ਗੁਰਬਾਣੀ ਨੂੰ ਪੜ੍ਹਨ ਤੇ ਸਮਝਣ ਦਾ ਯਤਨ ਕਰੀਏ। ਤੋ ਹੋ ਸਕਦਾ ਸਤਿਗੁਰੂ ਸੱਚੇ ਪਾਤਸ਼ਾਹ ਜੇਕਰ ਅਸੀਂ ਸਿੱਧੇ ਰਸਤੇ ਤੁਰ ਪਏ ਤੇ ਸਾਡਾ ਇਹ ਜਨਮ ਜਿਹੜਾ ਜਿਸ ਪਰਪਸ ਲਈ ਸਾਨੂੰ ਇਹ ਦੇਹੀ ਮਿਲੀ ਹੈ ਉਹ ਸਫਲ ਹੋ ਜਾਏ। ਧੰਨਵਾਦ ਵੀਰ ਜੀ, ਆਪ ਜੀ ਦਾ ਇੱਕ ਵਾਰੀ ਫੇਰ। ਤੋ ਸਾਧ ਸੰਗਤ ਜੀ, ਸਵਾਲ ਕਿਉਂਕਿ ਵੱਖ-ਵੱਖ ਵਿਸ਼ਿਆਂ ਤੇ ਹੁੰਦੇ ਨੇ, ਔਰ ਦੇਖੋ ਸੰਗਤ ਚੋਂ ਕਿਸੇ ਦੇ ਮਨ 'ਚ ਕੋਈ ਪਲੇਟਫਾਰਮ ਹੈ ਹੀ ਇਸੇ ਲਈ ਇਸ ਫਾਰਮ ਤੇ ਕਿ ਅਸੀਂ ਇੱਕ ਦੂਜੇ ਨਾਲ ਆਪਣੇ ਵਿਚਾਰ ਸਾਂਝੇ ਕਰਕੇ ਆਪਣੇ ਮਨ ਦੇ ਜਿੱਥੇ ਭੁਲੇਖੇ ਦੂਰ ਕਰੀਏ। ਉੱਥੇ ਸਾਧ ਸੰਗਤ ਸਵਾਲਾਂ ਦਾ ਇਹ ਫਾਇਦਾ ਹੁੰਦਾ ਹੈ ਕਿ ਜਿਸ ਵੇਲੇ
ਸਵਾਲ ਦਾ ਉੱਤਰ ਦਿੱਤਾ ਜਾਂਦਾ ਹੈ ਤਾਂ ਉਹਦਾ ਸਿਰਫ ਸਵਾਲ ਕਰਤਾ ਨੂੰ ਨਹੀਂ, ਬਾਕੀ ਸੰਗਤ ਦੇ ਬਹੁਤ ਸਾਰੇ ਜਿਹੜੇ ਪ੍ਰੇਮੀ ਬੈਠੇ ਨੇ ਉਹਨਾਂ ਨੂੰ ਉਹਨਾਂ ਦਾ ਲਾਭ ਹੁੰਦਾ ਹੈ। ਕਈ ਗੱਲਾਂ ਐਸੀਆਂ ਜਿਹੜੀ ਬੜੀਆਂ ਨਵੀਆਂ ਮਿਲਦੀਆਂ ਨੇ। ਅੱਜ ਦਾ ਇੱਕ ਜਿਹੜਾ ਹੋਰ ਸਵਾਲ ਸਾਡੇ ਕੋਲ ਆਇਆ, ਇਹ ਸਾ ਇਕਬਾਲ ਸਿੰਘ ਜੀ ਆਦਮਪੁਰ ਤੋਂ ਸਾਡੇ ਪੁਰਾਣੇ ਸਾਥੀ ਨੇ। ਉਹਨਾਂ ਦਾ ਸਵਾਲ ਹੈ ਕਿ ਭੇਖ ਕੀ ਗੁਣ ਦਿੰਦੇ ਹਨ। ਹਾਲਾਂਕਿ ਜਿਸ ਵੇਲੇ ਸਵਾਲ ਆਇਆ ਤੇ ਮੈਂ ਵੀ ਸੋਚਾਂ ਵੀ ਇਹ ਸਵਾਲ ਕੀ ਹੈ, ਭੇਖ ਕੀ ਗੁਣ ਦਿੰਦੇ ਹਨ, ਤੇ ਮੈਂ ਵੀ ਇੱਕ ਵਾਰੀ ਚਕਰਾ ਗਿਆ। ਪਰ ਫਿਰ ਮੈਂ ਕਿਹਾ ਮੈਂ ਕੀ ਕਰ ਸਕਦਾ, ਮੈਂ ਸਰਦਾਰ ਤੇਜਿੰਦਰ ਸਿੰਘ ਨੂੰ ਭੇਜਤਾ ਵੀ ਆਪੇ ਉਹ ਆਪਣਾ ਹਿਸਾਬ ਕਿਤਾਬ ਲਾਣ ਤੇ ਸਾਨੂੰ ਦੱਸਣ। ਆਓ ਜੀ ਤੇਜਿੰਦਰ ਸਿੰਘ ਜੀ, ਤੁਸੀਂ ਕਿਰਪਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸਰਦਾਰ ਰਾਜਾ ਸਿੰਘ ਜੀ ਨੇ ਬੜਾ ਦਰੁਸਤ ਦੱਸਿਆ ਕਿ ਇਹ ਭੇਖ ਜਿਹੜਾ ਹੈ ਇਹ ਕਈ ਅਰਥਾਂ ਦੇ ਵਿੱਚ ਆਇਆ ਹੈ। ਜੇ ਅਸੀਂ ਵਿਦਵਾਨਾਂ ਦੇ ਅਰਥ ਦੇਖਦੇ ਹਾਂ ਤੇ ਭਾਈ ਕਾਨ ਸਿੰਘ ਨਾਭਾ ਜੀ, ਭਾਈ ਵੀਰ ਸਿੰਘ ਜੀ, ਡਾਕਟਰ ਗੁਰਚਰਨ ਸਿੰਘ ਜੀ, ਤੋ ਇਹਨਾਂ ਨੇ ਇਹਦੇ ਅਲੱਗ-ਅਲੱਗ ਜਿਹੜੇ ਹਨ ਉਹ ਅਰਥ ਕੀਤੇ ਹਨ। ਤੋ ਜਿੱਥੇ ਜਿਵੇਂ ਹੁਣੇ ਸਰਦਾਰ ਕੀਰਤਨ ਸਿੰਘ ਜੀ ਨੇ ਕਿਹਾ ਕਿ ਇੱਕ ਅੱਖਰ ਦੇ ਅਸੀਂ ਇੱਕੋ ਤਰੀਕੇ ਦੇ ਨਾਲ ਅਰਥ ਨਹੀਂ ਕਰ ਸਕਦੇ, ਤੋ ਉਹਨਾਂ 'ਚ ਭੇਖ ਵੀ ਇੱਕ ਐਸਾ ਲਫ਼ਜ਼ ਹੈ। ਤੋ ਅਸੀਂ ਜਿਸ ਕੰਟੈਕਸਟ ਦੇ ਵਿੱਚ ਇਸ ਨੂੰ ਸਮਝਣਾ ਹੈ, ਔਰ ਜੋ ਸ਼ਾਇਦ ਵੀਰ ਜੀ ਦੀ ਭਾਵਨਾ ਸੀ ਕੁਐਸਚਨ ਕਰਨ ਦੀ, ਕਿ ਇਹ ਜੋ ਲਿਬਾਸ ਔਰ ਪਹਿਰਾਵਾ ਜਿਹੜਾ ਹੈ, ਭੇਖ ਜਿਹੜਾ ਹੈ, ਉਹ ਉਸ ਦੇ ਹਿਸਾਬ ਨਾਲ ਮਤਲਬ ਅਸੀਂ ਕੀ ਤੇ ਅਸੀਂ ਜਦੋਂ ਭਾਈ ਵੀਰ ਸਿੰਘ ਜੀ ਨੂੰ ਕੰਟੈਕਟ ਦੇਖਦੇ ਹਾਂ ਤੇ ਉਹ ਕਹਿੰਦੇ ਹਨ ਕਿ ਇਹਦੇ ਅਰਥ ਜਿਹੜੇ ਹਨ ਲਿਬਾਸ, ਪਹਿਰਾਵਾ, ਭੇਸ, ਭੇਖ ਯਥਾ ਬਾਹਰ ਭੇਖ ਨਾ ਪਾਈ ਹੈ ਪ੍ਰਭ ਅੰਤਰਜਾਮੀ। ਤੋ ਉਹ ਇਹ ਲਿਖਿਆ ਕਿ ਭੇਖ ਤੋਂ ਕਈ ਵਾਰ ਅੰਦਰਲੇ ਭਾਵ ਦਾ ਵੀ ਜੋ ਗਿਆਨ ਹੁੰਦਾ ਹੈ, ਯਥਾ ਜੈ ਵੇਖਿਆ ਸਗਲੀ ਤਜੀ ਲਿਓ ਭੇਖ ਬੈਰਾਗ, ਜਿਸ ਨੇ ਸਾਰੀ ਅੰਦਰਲੀ ਮਨੋਕਾਮਨਾ ਵਿਸ਼ਿਆਂ ਦੀ ਛੱਡ ਦਿੱਤੀ ਹੈ ਤੇ ਵੈਰਾਗ ਦਾ ਭਾਵ ਧਾਰਨ ਕੀਤਾ ਹੈ। ਤੋ ਇਸ ਤਰ੍ਹਾਂ ਇਹ ਅਲੱਗ-ਅਲੱਗ ਜਿਹੜੇ ਹਨ ਅਰਥ ਸਾਡੇ ਸਾਹਮਣੇ ਆਉਂਦੇ ਹਨ। ਤੇ ਅਸੀਂ ਦੇਖਦੇ ਹਾਂ ਕਿ ਜਿਹੜਾ ਭੇਖ ਹੈ, ਭੇਖ ਦਾ ਮਤਲਬ ਪਹਿਰਾਵਾ ਹੈ। ਹੁਣ ਕਈ ਜਿਹੜੇ ਅਲੱਗ-ਅਲੱਗ ਸਾਡੇ 'ਚ ਜਿਹੜੇ ਪਹਿਰਾਵੇ ਨੇ, ਜਿਵੇਂ ਸੰਨਿਆਸੀਆਂ ਦਾ ਆਪਣਾ ਜਿਹੜਾ ਹੈ ਪਹਿਰਾਵਾ ਹੈ, ਜੋਗੀਆਂ ਦਾ ਆਪਣਾ ਜਿਹੜਾ ਪਹਿਰਾਵਾ ਹੈ, ਉਹਨਾਂ ਦੇ 12 ਜਿਹੜੇ ਰੰਗ ਹਨ, ਉਹਨਾਂ 'ਚੋਂ ਆਈ ਪੰਥੀ ਦਾ ਜ਼ਿਕਰ ਜਿਹੜਾ ਗੁਰੂ ਗ੍ਰੰਥ ਸਾਹਿਬ ਜਪਜੀ ਸਾਹਿਬ ਵਿੱਚ ਆਉਂਦਾ ਹੈ, ਜਿਸ ਨੂੰ ਸਭ ਤੋਂ ਉੱਤਮ ਸਮਝਦੇ ਨੇ। ਤੇ ਉਹਨਾਂ ਦਾ ਪਹਿਰਾਵਾ ਇਸ ਤਰ੍ਹਾਂ ਦਾ ਲਿਖਾਇਆ ਗਿਆ ਕਿ ਇਹ ਜਿਹੜਾ ਹੈ ਉਹ ਜੋਗੀ ਹੈ, ਔਰ ਇਹ ਜਿਹੜਾ ਹੈ ਬੋਧੀ ਹੈ, ਇਹ ਜੈਨੀ ਹੈ, ਔਰ ਇਹ ਬੈਰਾਗੀ। ਤੋ ਇਹ ਮੋਟੇ-ਮੋਟੇ ਜਿਹੜੇ ਹਨ ਇਹ ਪਹਿਰਾਵੇ ਦੇ ਇੰਡੀਕੇਸ਼ਨਸ ਆ। ਪਰ ਮੋਸਟਲੀ ਹੁੰਦਾ ਕੀ ਹੈ ਕਿ ਜਿਸ ਵੇਲੇ ਇਹ ਪਹਿਰਾਵਾ ਦਿੱਤਾ ਜਾਂਦਾ, ਕਿਸੇ ਨੂੰ ਆਪਣਾ ਸ਼ਿਸ਼ ਬਣਾਇਆ ਜਾਂਦਾ ਹੈ, ਤੇ ਉਸ ਨੂੰ ਕਈ ਉਹਦੇ ਨਾਲ ਅਟੈਚ ਜਿਹੜੇ ਹਨ, ਜਿਹੜੇ ਗੁਣ ਹਨ, ਉਹ ਉਹਨਾਂ ਨੂੰ ਦੱਸੇ ਜਾਂਦੇ ਨੇ ਵੀ ਤੁਹਾਡੀ ਜਿਹੜੀ ਵੇ ਆਫ ਲਾਈਫ, ਤੁਹਾਡਾ ਜਿਹੜਾ ਜੀਵਨ ਸੋਚ ਔਰ ਜਿਹੜੀ ਪ੍ਰੈਕਟੀਕਲ ਲਾਈਫ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਤੇ ਉਹ ਉਸ ਜਿਹੜਾ ਭੇਖ ਆਇਆ ਉਹਦੇ ਨਾਲ ਹੀ ਉਹਦੇ ਅੰਦਰ ਮਤਲਬ ਇੰਟਰਲਿੰਕਡ ਹੁੰਦੇ ਨੇ। ਲੇਕਿਨ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਉਹ ਬੰਦਾ ਉਸ ਭੇਖ ਦੇ ਅਨੁਸਾਰ ਚੱਲ ਰਿਹਾ ਹੈ ਤੇ ਉਹਦੇ ਅੰਦਰ ਜਿਹੜੇ ਵੀ ਉਸ ਦੇ ਜੀਵਨ ਦੇ ਆਦਰਸ਼ ਦੱਸੇ ਹਨ ਉਹ ਉਹਦੇ ਵਾਸਤੇ ਗੁਣ ਸਾਬਤ ਹੁੰਦੇ ਹਨ। ਜਿਵੇਂ ਅਸੀਂ ਮਿਲਟਰੀ ਦੀ ਗੱਲ ਲਈ ਹੈ, ਮਿਲਟਰੀ ਦੀ ਯੂਨੀਫਾਰਮ ਹੈ, ਮਿਲਟਰੀ ਦੀ ਯੂਨੀਫਾਰਮ ਜਿਸ ਬੰਦੇ ਨੇ ਪਾਈ ਹੈ ਔਰ ਆਪਣੀ ਡਿਊਟੀ ਸਹੀ ਕਰ ਰਿਹਾ ਹੈ, ਜਾਂ ਪੁਲਿਸ ਵਾਲਾ ਆਪਣੀ ਡਿਊਟੀ ਸਹੀ ਕਰ ਰਿਹਾ ਹੈ, ਜਾਂ ਡਾਕਟਰ ਆਪਣੀ ਡਿਊਟੀ ਸਹੀ ਕਰ ਰਿਹਾ ਹੈ, ਸਟੂਡੈਂਟ ਆਪਣੀ ਸਟੱਡੀ ਸਹੀ ਕਰ ਰਿਹਾ ਹੈ, ਤੇ ਉਹ ਜਿਹੜਾ ਉਸਨੇ ਡਰੈਸ ਕੋਡ ਪਾਇਆ ਹੋਇਆ ਹੈ ਉਹ ਉਹਦੇ ਵਾਸਤੇ ਗੁਣ ਸਾਬਤ ਹੋਏਗਾ। ਲੇਕਿਨ ਜੇ ਉਹ ਡਰੈਸ ਪਾ ਕਰਕੇ ਜਿਹੜੇ ਉਹਦੇ ਅੰਦਰ ਚਰਿੱਤਰ ਦੇ ਵਿੱਚ ਜਿਸ ਤਰ੍ਹਾਂ ਚਰਿੱਤਰ ਦਰਸਾਇਆ ਜਾਏਗਾ ਵੀ ਇਸ ਡਰੈਸ ਵਾਲਾ ਦਾ ਇਹ ਹੋਏਗਾ, ਜਿਵੇਂ ਟ੍ਰੈਫਿਕ ਪੁਲਿਸ ਵਾਲਾ ਹੈ, ਤੇ ਜੇ ਉਸਨੇ ਵਰਦੀ ਪਾਈ ਹੈ ਤੇ ਕੋਈ ਉਸਨੂੰ ਟ੍ਰੈਫਿਕ ਦੇ ਨਿਯਮ ਬਾਰੇ ਪੁੱਛੇ ਤੇ ਉਹ ਦੱਸ ਹੀ ਨਾ ਸਕੇ, ਤੇ ਉਹ ਤੇ ਫਿਰ ਉਹਦੇ ਵਾਸਤੇ ਦੋਸ਼ ਹੋ ਗਿਆ, ਉਹ ਗੁਣ ਨਹੀਂ, ਉਹ ਦੋਸ਼ ਹੋ ਗਿਆ। ਤੋ ਅਸੀਂ ਇਸ ਨੂੰ ਇਸ ਗੱਲ ਤੋਂ ਸਹਿਜੇ ਸਮਝਦੇ ਹਾਂ ਕਿ ਇਹ ਭੇਖ ਜਿਹੜਾ ਹੈ ਇੱਕ ਡਰੈਸ ਕੋਡ ਹੈ, ਤੇ ਉਸ ਡਰੈਸ ਕੋਡ ਦੇ ਅੰਦਰ ਹੀ ਉਹਦੇ ਗੁਣ ਔਰ ਦੋਸ਼ ਦੋਨੋਂ ਆ ਜਾਂਦੇ ਨੇ। ਜੇ ਉਹਦੇ ਅਨੁਸਾਰ ਚੱਲਦਾ ਹੈ ਤੇ ਉਹ ਗੁਣ ਹੋ ਗਏ ਕਿ ਇਸ ਡਰੈਸ ਵਾਲੇ ਨੇ, ਇਹ ਡਾਕਟਰ ਨੇ ਵੀ ਅੱਛਾ ਇਲਾਜ ਕੀਤਾ ਹੈ, ਇਹ ਫੌਜੀ ਨੇ ਅੱਛਾ ਕੰਮ ਕੀਤਾ ਹੈਗਾ, ਇਹ ਸਟੂਡੈਂਟ ਨੇ ਅੱਛੀ ਪੜ੍ਹਾਈ ਕੀਤੀ ਹੈ। ਤੋ ਇਹਨੂੰ ਅੰਗਰੇਜ਼ੀ ਵਿੱਚ ਸਪਿਰਿਟ ਦੀ ਕੋਰ ਵੀ ਕਹਿੰਦੇ ਨੇ। ਜਿਵੇਂ ਅਸੀਂ ਸਾਰੇ ਸਿੱਖ ਹੈਗੇ ਹਾਂ, ਦਸਤਾਰ ਸਾਬਤ ਸੂਰਤ ਦਸਤਾਰ ਸਿਰਾ, ਤੇ ਦੂਰੋਂ ਪਤਾ ਲੱਗ ਜਾਂਦਾ ਵੀ ਇਹ ਗੁਰੂ ਕਾ ਸਿੱਖ ਆਇਆ। ਤੇ ਜਦੋਂ ਉਹ ਸਾਡੀ ਡਰੈਸ ਦੇ ਨਾਲ ਸਾਡੀ ਆਇਡੈਂਟੀਟੀ ਛੁਪੀ ਹੋਈ ਹੈ, ਐਡਡ ਹੈ, ਸਾਹਮਣੇ ਨਜ਼ਰ ਆਉਂਦੀ ਹੈ, 12 ਲੱਖਾਂ ਦੇ ਵਿੱਚੋਂ ਸਿੰਘ ਜਿਹੜਾ ਹੈ ਦਾੜੇ ਔਰ ਕੇਸ ਵਾਲਾ, ਪਤਾ ਲੱਗ ਜਾਂਦਾ ਵੀ ਇਹ ਗੁਰੂ ਕਾ ਸਿੱਖ ਹੈ। ਤੇ ਉਹਦੇ ਉੱਤੇ ਕਈ ਜ਼ਿੰਮੇਵਾਰੀਆਂ ਵੀ ਆਇਦ ਹੋ ਜਾਂਦੀਆਂ ਨੇ, ਲੱਗ ਜਾਂਦੀਆਂ ਨੇ, ਤੇ ਉਹ ਉਹਦੇ ਵਾਸਤੇ ਗੁਣ ਦਾ ਕੰਮ ਕਰਦੀਆਂ ਨੇ। ਤੇ ਜੇਕਰ ਦਸਤਾਰਾਂ ਪਾ ਕਰਕੇ ਤੇ ਇੱਕ ਦੂਜੇ ਦੀ ਦਸਤਾਰ ਲਾਣੀ ਹੈ
ਤੇ ਜੇ ਉੱਥੇ ਹੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਹੀ ਕਿਰਪਾਨਾਂ ਚੱਲ ਜਾਣੀਆਂ ਨੇ ਤੇ ਉਹ ਫਿਰ ਦੋਸ਼ ਜਿਹੜਾ ਹੈ, ਉਹ ਜਿਹੜਾ ਪਹਿਰਾਵਾ ਹੈ, ਉਹ ਦੋਸ਼ ਦਾ ਕਾਰਨ ਬਣੇਗਾ। ਮੈਂ ਇੰਨੀ ਗੱਲ ਸਮਝ ਸਕਿਆ, ਆਸ ਹੈ ਗੱਲ ਕਲੀਅਰ ਹੋ ਗਈ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਵਾਰੀ ਕਈ ਸ਼ਬਦ ਜਿਹੜੇ ਨਾ ਉਹਨਾਂ ਦੀ ਵਰਤੋਂ ਇੱਕ ਤਰੀਕੇ ਨਾਲ ਕੀਤੀ ਜਾਂਦੀ ਹੈ ਤਾਂ ਸਾਡੇ 'ਚ ਅੰਦਰ ਉਹੀ ਸਾਊਂਡ ਕਰਦੀ। ਇਸੇ ਤਰ੍ਹਾਂ ਜਿਹੜਾ ਭੇਖ ਲਫ਼ਜ਼ ਹੈ, ਆਮ ਤੌਰ ਤੇ ਇਹ ਭੇਖ, ਦੰਭੀ, ਪਖੰਡੀ, ਇਹ ਲਫ਼ਜ਼ ਜਿਹੜੇ ਨੇ ਨਾ ਇਹ ਵਰਤੇ ਜਾਂਦੇ ਨੇ, ਇਹ ਨੈਗੇਟਿਵ ਸੈਂਸ ਲਈ ਵਰਤੇ ਜਾਂਦੇ ਨੇ। तो मैं तो पहले बेनती की जिस वे सवाल आया भी जी भेख के गुण किहड़े ने, तो मैं तो एक बार सोचन च मजबूर हो गया भी ये की हो गया। पर देखो वीर तजिंदर सिंह ने सानू दसिया कि उहदी जिहड़ी दूजी साइड है भेख दी है, वो पॉजिटिव साइड जिहड़ी है वो भी है। शायद सा इकबाल सिंह ने जिन्हें सवाल किया उन्हों का शायद मतलब यही होवे कि भेख दे की गुण। वाकई उन्होंने दसिया कि देखो इस तरह जिवें वीर जी ने दसिया कि साडी पंज ककारी रहत है, तो पंज ककारी रहत का मतलब यह है कि ये जिसले पंज ककारी रहत धारण की है तो सानू ये पक्की ऑल द टाइम साडे अंदर ऐसी रहनी चाहिए कि मैं इहदी लाज रखनी है। देखो असी ये वर्दी धारण पंज ककारी रहत धारण करके जे चंगे काम करांगे तो संसार देखो बड़े संस्थावां ने, वीर ने, भैणां ने जिहड़ियां वधिया काम कर रही ने, लोड़ वेले लोकां कोल एमरजेंसी च पहुंचदियां ने, तो उत्थे फिर सारे कहंदे हाँ जी भी ये सिखां दा दस्तूर है कि हर लोड़वंद की मदद करनी। उत्थे साडा जिहड़ा मतलब पहरावा है, भेख है, ये सानू एक चंगा क्रैडिट दिंदा है। पर इस तरह जेकर जिवें वीर जी ने दस्सिया कि असी अगर इस शक्ल विच आके कोई गलत काम करांगे तां वो डिसक्रैडिट भी जिहड़ा सारी कम्यूनिटी में जाएगा और उहदी साडी बदनामी होई। तो लोड़ ये है कि देखो गल यह भी ਜਿਹੜੇ ਵਿਚਾਰਵਾਨ ਹੁੰਦੇ ਨੇ ਉਹ ਹਰ ਚੀਜ਼ ਦਾ ਪੋਜ਼ਿਟਿਵ ਪੱਖ ਵਿੱਚੋਂ ਲੱਭ ਕੇ ਲੈ ਹੀ ਆਉਂਦੇ ਨੇ। ਮੈਨੂੰ ਇੱਕ ਗੱਲ ਯਾਦ ਹੈ ਪੁਰਾਣੀ, ਸਾਡੇ ਬੜੇ ਪੁਰਾਣੇ ਮਿਸ਼ਨਰੀ ਵਰਕਰ ਹੁੰਦੇ ਸਾਹਿਬ ਜਲ ਸਿੰਘ ਜੀ ਟਾਂਡੇ ਤੋਂ, ਉਹ ਪਿਛਲੇ ਦਿਨੀ ਚੜ੍ਹਾਈ ਕਰ ਗਏ ਨੇ 10 ਦਿਨ ਪਹਿਲੇ। ਤਾਂ ਉਹਨਾਂ ਨੇ ਉਹ ਕਿਉਂਕਿ ਹਾਰਟੀਕਲਚਰਿਸਟ ਸਨ ਤੇ ਉਹ ਕਹਿੰਦੇ ਸੀ ਵੀ ਜਿਹੜਾ ਬੈਸਟ ਕੁਆਲਿਟੀ ਆਫ ਹਨੀ, ਸ਼ਹਿਦ ਦੀ ਸਭ ਤੋਂ ਵਧੀਆ ਕੁਆਲਿਟੀ ਉਹ ਹੈ ਜਿਹੜੀਆਂ ਮੱਖੀਆਂ ਨਿੰਮ ਦੇ ਦਰਖਤਾਂ ਦੇ ਦੁਆਲੇ ਰਹਿੰਦੀਆਂ। ਭਾਵ ਨਿੰਮ ਦੇ ਵਿੱਚੋਂ, ਹਾਲਾਂਕਿ ਨਿੰਮ ਕੌੜੀ ਹੈ, ਉਹਦਾ ਪੱਤਾ ਵੀ ਕੌੜਾ, ਉਹਦੀ ਛਿੱਲ ਵੀ ਕੌੜੀ, ਸਭ ਕੁਝ ਕੌੜਾ, ਤੇ ਉਹ ਕਹਿੰਦੇ ਨੇ ਪਰ ਉਹਦੇ ਵਿੱਚੋਂ ਜਿਹੜਾ ਸ਼ਹਿਦ ਮਿਲਦਾ ਉਹ ਸਭ ਤੋਂ ਬੈਸਟ ਕੁਆਲਿਟੀ ਦਾ ਹੁੰਦਾ। ਤੇ ਇਹਦਾ ਮਤਲਬ ਹੈ ਵੀ ਆਮ ਤੌਰ ਤੇ ਅਸੀਂ ਲੋਕ ਜੇ ਨਿੰਮ ਨੂੰ ਕੌੜਾ ਕਹਿੰਦੇ, ਪਰ ਉਹ ਜਿਹੜੀ ਸ਼ਹਿਦ ਦੀ ਮੱਖੀ ਹੈ ਉਹਦੇ ਚੋਂ ਬੈਸਟ ਕੁਆਲਿਟੀ ਦਾ ਹਨੀ ਕੱਢ ਕੇ ਲੈ ਹੀ ਆਉਂਦੀ। ਸੋ ਲੋੜ ਇਹ ਹੈ ਕਿ ਅਸੀਂ ਜਿਹੜਾ ਵੀ ਸਾਨੂੰ ਮਹਾਰਾਜ ਨੇ ਇਹ ਦਿੱਤਾ, ਸਰੂਪ ਦਿੱਤਾ ਹੈ, ਇਹ ਪੰਜ ਕकारी ਰਹਿਤ ਹੈ ਜਾਂ ਗੁਰਬਾਣੀ ਹੈ, ਅਸੀਂ ਇਹਨਾਂ ਦੀ ਵਰਤੋਂ ਇਸ ਲਈ ਕਰੀਏ ਜਿਹਦੇ ਨਾਲ ਸਾਰੀ ਮਨੁੱਖਤਾ ਦਾ ਭਲਾ ਹੋਵੇ ਤੇ ਸਾਡਾ ਵੀ ਭਲਾ ਹੋਵੇ। ਤਜਿੰਦਰ ਸਿੰਘ ਜੀ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਹੈ, ਤੁਸੀਂ ਇਹ ਜਿਹੜੀ ਅੜਾਉਣੀ ਹੱਲ ਕਰ ਦਿੱਤੀ ਹੈ ਔਰ ਮੈਂ ਆਸ ਰੱਖਦਾ ਸਵਾਲ ਕਰਤਾ ਔਰ ਬਾਕੀ ਸੰਗਤ ਜਿਹੜੀ ਹੈ ਉਹਨਾਂ ਨੂੰ ਵੀ ਇਹਦਾ ਜ਼ਰੂਰ ਲਾਭ ਹੋਏਗਾ। ਫਿਰ ਵੀ ਕੋਈ ਐਸਾ ਕੁਐਸਚਨ ਹੋਏਗਾ ਵੈਲਕਮ। ਤੋ ਸਾਧ ਸੰਗਤ ਜੀ ਆਓ ਆਪਾਂ ਜਿਉਂ-ਜਿਉਂ ਸਮਾਂ ਦੌੜ ਰਿਹਾ ਨਾਲ ਨਾਲ ਆਪਾਂ ਸਵਾਲਾਂ ਵੱਲ ਵੀ ਧਿਆਨ ਦੇਈਏ। ਇੱਕ ਸਵਾਲ ਹੋਰ ਆਇਆ ਹੈ, ਇਹ ਹੈ ਸਾ ਗੁਰਮੀਤ ਸਿੰਘ ਜੀ ਲੁਧਿਆਣਾ ਤੋਂ। ਸਾ ਗੁਰਮੀਤ ਸਿੰਘ ਜੀ ਜਦ ਦੀ ਕਲਾਸ ਸ਼ੁਰੂ ਹੋਈ ਹੈ ਨਾਲ ਸਾਥ ਵੀ ਦਿੰਦੇ ਨੇ ਔਰ ਬੜੇ ਪੁਰਾਣੇ ਚਿਰਾਂ ਤੋਂ ਮਿਸ਼ਨਰੀ ਕਾਲਜ ਨਾਲ ਮਿਲ ਕੇ ਉਹ ਸੇਵਾ ਵੀ ਕਰਦੇ ਨੇ। ਉਹਨਾਂ ਦਾ ਸਵਾਲ ਹੈ ਜੀ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਉਹ ਕਹਿੰਦੇ ਤੱਤੇ ਨੂੰ ਸਿਹਾਰੀ ਤੇ ਨੰਨੇ ਨੂੰ ਸਿਹਾਰੀ, ਇਹਦਾ ਉਚਾਰਨ ਕੀ ਹੈ ਤੇ ਇਹਦੇ ਅਰਥ ਕੀ ਨੇ? ਤਾਂ ਮੈਂ ਬੇਨਤੀ ਕਰ ਰਿਹਾ ਵੀਰ ਜਗੀਰ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਦੱਸਿਓ ਵੀ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਤੱਤੇ ਨੂੰ ਸਿਹਾਰੀ ਨੰਨੇ ਨੂੰ ਸਿਹਾਰੀ, ਇਹਦਾ ਉਚਾਰਨ ਤੇ ਇਹਦੇ ਅਰਥ। ਜਗੀਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਇਹ ਜਪਜੀ ਸਾਹਿਬ ਦੇ ਵਿੱਚ ਪੰਕਤੀ ਆਉਂਦੀ ਹੈ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਜੀ। ਇੱਥੇ ਤੱਤੇ ਨੂੰ ਸਿਹਾਰੀ ਹੈ ਤੇ ਨੰਨੇ ਨੂੰ ਸਿਹਾਰੀ ਹੈ। ਇਹਦਾ ਅਰਥ ਬਣ ਜਾਂਦਾ ਹੈਗਾ ਗਿਣਤੀ ਦੇ ਤਿੰਨ ਜੀ, ਤੇ ਉਚਾਰਨ ਇਹਦਾ ਹੋਏਗਾ ਤਿੰਨ। ਤੱਤੇ ਦੇ ਉੱਤੇ ਟਿੱਪੀ ਲਾ ਕੇ ਇਹਦਾ ਉਚਾਰਨ ਕਰਨਾ ਤਿੰਨ, ਤਿੰਨ ਨਹੀਂ ਕਰਨਾ ਹੈਗਾ। ਇਹਦਾ ਉਚਾਰਨ ਟਿੱਪੀ ਲਾ ਕੇ ਤਿੰਨ ਕਰਨਾ। ਅੱਗੇ ਹੈ ਜੀ, ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ। ਇੱਥੇ ਜਿਹੜਾ ਤਿੰਨ ਲਿਖਿਆ ਇਹਦੇ ਤੱਤੇ ਦੇ ਉੱਤੇ ਟਿੱਪੀ ਲਾਈ ਵੀ ਹੋਈ ਹੈ। ਜਿਸ ਤਰ੍ਹਾਂ ਅਸੀਂ ਪਹਿਲਾਂ ਕਈ ਵਾਰੀ ਵਿਚਾਰ ਕੀਤੀ ਹੈ ਵੀ ਕਈ ਸ਼ਬਦਾਂ ਦੇ ਉੱਤੇ ਟਿੱਪੀ ਲੱਗੀ ਹੁੰਦੀ ਹੈ, ਕਈ ਸ਼ਬਦਾਂ ਉੱਤੇ ਟਿੱਪੀ ਨਹੀਂ ਲੱਗੀ ਹੁੰਦੀ। ਹੁਣ ਇੱਥੋਂ ਸਾਨੂੰ ਸੇਧ ਮਿਲਦੀ ਹੈ ਵੀ ਜਿੱਥੇ ਅਰਥ ਗਿਣਤੀ ਦੇ ਤਿੰਨ ਹੋਣ ਉੱਥੇ ਪਾਠ ਟਿੱਪੀ ਲਾ ਕੇ
ਤਿੰਨ ਕਰਨਾ, ਤਿੰਨ ਨਹੀਂ ਕਰਨਾ, ਬਿਨਾਂ ਟਿੱਪੀ ਤੋਂ ਨਹੀਂ ਕਰਨਾ, ਇਸ ਤੋਂ ਸਾਨੂੰ ਸੇਧ ਮਿਲਦੀ ਹੈ। ਇਸ ਲਈ ਇਹ ਪੰਕਤੀ ਦੇ ਵਿੱਚ ਜਿਹੜਾ ਅਰਥ ਉਚਾਰਨ ਹੈਗਾ ਉਹ ਤਿੰਨ ਹੋਏਗਾ, ਤਿੰਨ ਨਹੀਂ। ਪਰ ਕਈ ਵਾਰੀ ਜੀ ਆਮ ਤੌਰ ਤੇ ਜਿਹੜੇ ਗਿਣਤੀਵਾਚਕ ਸ਼ਬਦ ਹੁੰਦੇ ਨੇ ਉਹਨਾਂ ਦੇ ਅਖੀਰਲੇ ਅੱਖਰ ਨੂੰ ਸਿਹਾਰੀ ਲੱਗੀ ਹੁੰਦੀ ਹੈ, ਤਿੰਨ, ਮਤਲਬ ਤਿੰਨ, ਤੇ ਤਿੰਨ ਸ਼ਬਦ ਜਿਹੜਾ ਹੈਗਾ ਤੱਤੇ ਨੂੰ ਸਿਹਾਰੀ, ਨੰਨੇ ਨੂੰ ਸਿਹਾਰੀ, ਇਹ ਇੱਕ ਵਚਨ ਪ੍ਰਣਾਉ ਹੈ। ਇਸ ਦਾ ਅਰਥ ਹੁੰਦਾ ਹੈ ਉਸਨੇ ਜਾਂ ਤਿਸਨੇ। ਇੱਥੇ ਤਿੰਨ ਦਾ ਉਚਾਰਨ ਤਿੰਨ ਕਰਨਾ ਹੈ। ਜੇ ਇਹ ਪ੍ਰਣਾਉ ਹੋਵੇ, ਇੱਕ ਵਚਨ ਹੋਵੇ, ਤੱਤੇ ਨੂੰ ਸਿਹਾਰੀ, ਨੰਨੇ ਨੂੰ ਸਿਹਾਰੀ, ਇਹਦਾ ਫਿਰ ਜੇ ਅਰਥ ਗਿਣਤੀ ਦੇ ਤਿੰਨ ਨਾ ਹੋਵੇ, ਅਰਥ ਹੋਵੇ ਉਸਨੇ, ਤਾਂ ਫਿਰ ਇਹਦਾ ਉਚਾਰਨ ਕਰਨਾ ਹੈਗਾ ਤਿੰਨ ਜੀ, ਟਿੱਪੀ ਨਹੀਂ ਲਾਣੀ। ਇਸ ਤਰ੍ਹਾਂ ਐਗਜ਼ਾਮਪਲ ਹੈ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਮਤਲਬ ਤਿੰਨ ਇਹ ਗੁਰਬਾਣੀ ਵਾਸਤੇ ਆਇਆ ਵੀ ਉਸਨੇ ਸਾਰੀ ਚਿੰਤਾ ਦੂਰ ਕਰ ਦਿੱਤੀ, ਇਸ ਕਰਕੇ ਇਹਨੂੰ ਤਿੰਨ ਨਹੀਂ ਪਾਠ ਕਰਨਾ, ਇੱਥੇ ਤਿੰਨ ਪਾਠ ਕਰਨਾ ਹੈਗਾ ਜੀ। ਇਸ ਤਰ੍ਹਾਂ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ, ਪਾਰ ਬ੍ਰਹਮ ਮੈਨੇ ਪਰਮੇਸ਼ਰ, ਬਨ ਦੇ ਨੰਨੇ ਨੂੰ ਸਿਹਾਰੀ ਹੈ, ਤੱਤੇ ਦੇ ਤਿੰਨ ਦੇ ਤੱਤੇ ਨੰਨੇ ਨੂੰ ਸਿਹਾਰੀ ਹੈ, ਪਰਬਤ ਦੇ ਤੱਤੇ ਨੂੰ ਸਿਹਾਰੀ ਹੈ। ਇਹਦਾ ਮਤਲਬ ਇਹ ਹੋਇਆ ਵੀ ਜਿਹੜਾ ਪਾਰ ਬ੍ਰਹਮ ਹੈ ਉਹ ਬਨਾਂ ਦੇ ਵਿੱਚ, ਘਾਹ ਦੇ ਵਿੱਚ ਤੇ ਪਰਬਤ ਦੇ ਵਿੱਚ ਰਮਿਆ ਹੋਇਆ ਹੈ, ਵਿਆਪਕ ਹੈ। ਇੱਥੇ ਪਾਠ ਤਿੰਨ ਨਹੀਂ ਕਰਨਾ, ਕਿਉਂਕਿ ਜਿੱਥੇ ਤਿੰਨ ਪਾਠ ਕਰਾਂਗੇ ਉਹ ਗਿਣਤੀ ਵਾਸਤੇ ਆ ਗਿਆ, ਤੇ ਹੁਣ ਇੱਥੇ ਪਾਠ ਕਰਨਾ ਤਿੰਨ। ਤੇ ਇਸ ਤਰ੍ਹਾਂ ਹਉ ਪੰਥ ਦਸਾਈ ਨਿਤ ਖੜੀ, ਕੋਈ ਪ੍ਰਭ ਦੱਸੈ ਤਿੰਨ ਜਾਉ, ਤਿੰਨ ਜਾਉ ਮੈਨੇ ਉਸ ਪਾਸ ਮੈਂ ਜਾਵਾਂ। ਇੱਥੇ ਵੀ ਤਿੰਨ ਪਾਠ ਨਹੀਂ ਕਰਨਾ, ਟਿੱਪੀ ਲਾ ਕੇ ਪਾਠ ਨਹੀਂ ਕਰਨਾ, ਇੱਥੇ ਤਿੰਨ ਪਾਠ ਕਰਨਾ ਹੈਗਾ ਜੀ। ਇੱਕ ਇਹਦਾ ਸਰੂਪ ਹੋਰ ਆਂਦਾ ਜੀ, ਤੱਤੇ ਨੂੰ ਸਿਹਾਰੀ ਨੰਨਾ ਮੁਕਤਾ, ਇਹ ਹੁੰਦਾ ਜੀ ਬਹੁਵਚਨ ਵਾਸਤੇ, ਇਹ ਹੁੰਦਾ ਪ੍ਰਣਾਉ ਜੀ, ਤੇ ਇਹਦਾ ਵੀ ਉਚਾਰਨ ਆਪਾਂ ਨੇ ਤਿੰਨ ਹੀ ਕਰਨਾ ਹੈਗਾ, ਤਿੰਨ, ਤਿੰਨ ਨਹੀਂ ਕਰਨਾ, ਉੱਤੇ ਟਿੱਪੀ ਨਹੀਂ ਲਗਾਣੀ ਹੈਗੀ। ਹੁਣ ਇਹਦਾ ਗੁਰਬਾਣੀ ਪੰਕਤੀਆਂ ਆਉਂਦੀਆਂ ਨੇ ਜੀ, ਜੋ ਸੇਵੈ ਤੁਧ ਜੀ, ਸੇਵੈ ਹਾਹੇ ਨੂੰ ਸਿਹਾਰੀ ਹੈ, ਇਹ ਕਿਰਿਆ ਬਹੁਵਚਨ ਹੈ, ਮਤਲਬ ਬਹੁਵਚਨ ਦੀ ਗੱਲ, ਬਹੁਤਿਆਂ ਦੀ ਗਿਣਤੀ ਗੱਲ ਹੋ ਰਹੀ ਹੈ ਜੀ। ਜੋ ਸੇਵੈ ਤੁਧ ਜੀ, ਜਨ ਨਾਨਕ ਤਿੰਨ ਕੁਰਬਾਨਾ। ਇਸ ਜਿਹੜਾ ਤਿੰਨ ਹੈਗਾ ਤੱਤੇ ਨੂੰ ਸਿਹਾਰੀ ਨੰਨਾ ਮੁਕਤਾ ਹੈਗਾ, ਇਹ ਤਿੰਨ ਬਹੁਤਿਆਂ ਵਾਸਤੇ ਆਏ ਵੀ ਜਿਹੜੇ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ, ਉਹਨਾਂ ਦੇ ਵੀ ਮੈਂ ਕੁਰਬਾਨੇ ਜਾਂਦਾ ਹਾਂ। ਇੱਥੇ ਵੀ ਪਾਠ ਤਿੰਨ ਕਰਨਾ, ਤਿੰਨ ਨਹੀਂ ਕਰਨਾ ਹੈਗਾ ਜੀ, ਤਿੰਨ ਪਾਠ ਕਰਨਾ। ਹੁਣ ਇੱਕ ਪੰਕਤੀ ਹੋ ਰਹੀ ਜੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ। ਹੁਣ ਸੇ ਬਹੁਵਚਨ ਵਾਸਤੇ ਹੁੰਦਾ, ਸੇ ਮੁਕਤ ਭਏ ਵੀ ਬਹੁਵਚਨ ਵਾਸਤੇ ਹੁੰਦਾ, ਜੇ ਇੱਕ ਵਚਨ ਹੋਵੇ ਭਿਆ ਉੱਥੇ ਲਿਖਿਆ ਹੋਣਾ ਚਾਹੀਦਾ ਸੀਗਾ। इसका मतलब बहुतियां दी गल हो रही है, से मुक्त भये जिन हर धयाया जी, तिन टूटी जम की फांसी, तिन मैंने उन्हां दी। हुण इत्थे तिन बहुवचन वास्ते आ गया, इत्थे पाठ तिन नहीं करना, तिन पाठ करना जी। इस तरह इन्हां दे अर्थां दे विच भी फर्क है जी, उचारण दे विच भी फर्क है। जे गिनती दे तिन होण तां उत्ते टिप्पी ला के तिन पाठ करना, जे अर्थ होर होण, इहदे कई अर्थ बन जांदे ने जिद्दां आपां ने पढ़िया हैगा, ਤਾਂ ਉੱਥੇ ਪਾਠ ਤਿੰਨ ਕਰਨਾ, ਤਿੰਨ ਨਹੀਂ ਕਰਨਾ। ਬਾਈ ਸ੍ਰੀ ਸਾਨੂੰ ਜਿੰਨਾ ਕੁ ਨੌਲੇਜ ਸੀ ਮੈਂ ਦੱਸਿਆ ਜੀ, ਕੋਈ ਗਲਤੀ ਹੋਈ ਮਾਫ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਗਿਣਤੀ ਹੋਵੇ ਤਾਂ ਟਿੱਪੀ ਲਾ ਕੇ ਤਿੰਨ ਪੜ੍ਹਨਾ, ਤੇ ਜੇ ਪੜਨਾਮ ਹੋਵੇ ਤਾਂ ਫਿਰ ਆਪਾਂ ਤਿੰਨ ਪੜ੍ਹਨਾ। ਥੋੜਾ ਉਚਾਰਨ 'ਚ ਫਰਕ ਹੈ, ਤੋ ਇਸੇ ਲਈ ਦੇਖੋ ਉਚਾਰਨ ਕਿੰਨਾ ਜ਼ਰੂਰੀ ਹੈ, ਤਿੰਨ ਤੇ ਤਿੰਨ। ਕਿਉਂਕਿ ਜਿਹੜਾ ਸੁਣਨ ਵਾਲਾ ਹੈ, ਇੱਕ ਬੰਦਾ ਤੇ ਪਾਠ ਕਰ ਰਿਹਾ, ਜਿਹੜੇ ਬਾਕੀ ਸੰਗਤ ਸੁਣ ਰਹੀ ਹੈ, ਉਹਨਾਂ ਨੂੰ ਨਹੀਂ ਪਤਾ ਵੀ ਕਿਸ ਤਰ੍ਹਾਂ ਲਿਖਿਆ, ਉਹਨਾਂ ਤੇ ਜੋ ਸਾਊਂਡ ਆਣੀ ਹੈ ਉਹਦੇ ਮੁਤਾਬਕ ਪਤਾ ਲੱਗੇਗਾ। ਜੇ ਤਿੰਨ ਕਿਹਾ ਤੇ ਇਹਦਾ ਮਤਲਬ ਗਿਣਤੀ ਹੈ, ਜੇ ਤਿੰਨ ਕਿਹਾ ਤੇ ਇਹ ਪੜ੍ਹਨਾ ਹੋ। ਤੋ ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ। ਤੋ ਸਤ ਸੰਗਤ ਜੀ, ਅਗਲਾ ਜਿਹੜਾ ਸਾਡੇ ਕੋਲ ਸਵਾਲ ਆਇਆ, ਇਹ ਸਾ ਗੁਰਪ੍ਰੀਤ ਸਿੰਘ ਜੀ ਜਲੰਧਰ, ਉਹਨਾਂ ਨੇ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 64 ਤੇ ਲਿਖਿਆ ਜੀ ਮਹੱਲੇ ਪਹਿਲੇ 17 ਅਸ਼ਟਪਦੀਆਂ। ਉਹ ਕਹਿੰਦੇ ਜਿਹੜੀ ਤੁਕ ਲਿਖੀ ਹੈ ਮਹੱਲੇ ਪਹਿਲੇ 17 ਅਸ਼ਟਪਦੀਆਂ, ਆਇਆ ਇਹ ਪਾਠ ਦਾ ਹਿੱਸਾ ਹੈ ਜਾਂ ਨਹੀਂ, ਪੜ੍ਹਨਾ ਹੈ ਕਿ ਨਹੀਂ ਪੜ੍ਹਨਾ ਜਿਸ ਵੇਲੇ ਆਪਾਂ ਪਾਠ ਕਰਦੇ ਹਾਂ। ਤੇ MP ਸਿੰਘ ਦੀ ਬੇਨਤੀ ਹੈ ਵੀ ਕਿਰਪਾ ਕਰਕੇ ਦੱਸੋ ਵੀ ਮਹੱਲੇ ਪਹਿਲੇ 17 ਅਸ਼ਟਪਦੀਆਂ, ਪੰਨਾ 64 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਠ ਕਰਨ ਲੱਗਿਆ, ਇਹ ਪਾਠ ਦਾ ਹਿੱਸਾ ਹੈ ਜਾਂ ਵੈਸੇ ਇੰਡੀਕੇਸ਼ਨ ਹੈ। MP ਸਿੰਘ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। एक सेकंड मैं टाइम देना, मैं जरा डिस्प्ले करवा दिया सामने। हाँ जी।
नहीं आ रहा, एक मिनट। चलो इत्थों आ नहीं रही स्क्रीन, एक सेकंड। ਚਲੋ ਉਦਾਂ ਹੀ ਚਲਾ ਦਿਓ। ਚਲੋ ਉਹਦੇ ਬਗੈਰ ਹੀ ਗੱਲ ਕਰਦੇ ਹਾਂ। ਹਾਂ ठीक है जी। तो सिर्फ गल इन्नी है ਇਹਦੇ ਵਿੱਚ ਧਿਆਨ ਦੇਣ ਵਾਲੀ ਕਿ ਇਹ ਜੋ ਲਫ਼ਜ਼ ਆਏ ਹਨ ਮਹੱਲੇ ਪਹਿਲੇ 17 ਅਸ਼ਟਪਦੀਆਂ ਜਿਹੜਾ ਹੈ, तो ਇਹ ਸਿਰਫ ਇਸ ਗੱਲ ਦਾ ਸੂਚਕ ਹੈ ਕਿ ਹੁਣ ਤੱਕ ਇਸ ਲੜੀ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਦੀਆਂ ਅਸ਼ਟਪਦੀਆਂ ਜਿਹੜੀਆਂ ਨੇ ਉਹਨਾਂ ਦੀ ਗਿਣਤੀ 17 ਹੈ ਜਿਹੜੀਆਂ ਹੁਣ ਤੱਕ ਇਸ ਲੜੀ ਪਾਠ ਦੇ ਵਿੱਚ ਆਈਆਂ ਹਨ। तो ਉਹਦੇ ਜਿਹੜਾ ਅਖੀਰਲਾ ਸ਼ਬਦ ਹੈ ਜਿਸ ਤੋਂ ਬਾਅਦ ਇਹ ਸ਼ਬਦ ਅੰਕਿਤ ਕੀਤੇ ਗਏ ਹਨ, ਉਸ ਤੋਂ ਪਹਿਲਾਂ ਅੰਕ ਵੀ 17 ਦਾ ਆਇਆ ਹੈ। ਇਹ ਅੰਕਾਂ ਦੀ ਸਕੀਮ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕੰਸਿਸਟੈਂਟ ਹੈ ਕਿ ਹਰ ਗੁਰੂ ਵਿਅਕਤੀ ਦੇ ਜਿੱਥੇ ਬਦਲਦਾ ਹੈ ਜਾਂ ਕੋਈ ਸ਼ਬਦਾਂ ਦੀ ਜੋ ਸਰੂਪ ਹੈ ਉਹ ਬਦਲਦਾ ਹੈ ਤਾਂ ਇੱਕ ਵੱਖਰਾ ਨਵਾਂ ਪੈਰਾ ਸ਼ੁਰੂ ਕਰਕੇ ਤੇ ਅੰਕਾਂ ਦੀ ਗਿਣਤੀ ਵੀ ਨਵੀਂ ਸ਼ੁਰੂ ਕੀਤੀ ਜਾਂਦੀ ਹੈ ਕਿ ਜਿਵੇਂ ਅਸ਼ਟਪਦੀਆਂ ਤੋਂ ਬਾਅਦ ਅਗਰ ਜੇ ਛੰਤ ਆ ਜਾਣਗੇ ਤੇ ਉਹਨਾਂ ਦੇ ਅੰਕਾਂ ਦੇ ਨਾਲ ਜਿਹੜਾ ਹੈ ਸਬ ਟੋਟਲ ਉਹ ਨਵੇਂ ਸਿਰੇ ਤੋਂ ਸ਼ੁਰੂ ਹੋ ਜਾਂਦਾ ਹੈ। ਫਿਰ ਜਿਹੜਾ ਕੰਪਲੀਟ ਟੋਟਲ ਹੈ ਉਹ ਨਾਲ ਵੱਖਰਾ ਅਕਾਊਂਟ ਅਲੱਗ ਚੱਲਦਾ ਰਹਿੰਦਾ ਹੈ। तो ये ਜਿਹੜੇ ਲਫ਼ਜ਼ਾਂ ਦੇ ਅੰਦਰ ਗੱਲ ਲਿਖੀ ਗਈ ਹੈ ਸਿਰਫ ਇਸ ਗੱਲ ਦੀ ਸੂਚਕ ਹੈ ਕਿ ਇਹ ਇੱਥੇ ਤੱਕ ਮਹੱਲੇ ਪਹਿਲੇ ਦੀਆਂ ਅਸ਼ਟਪਦੀਆਂ 17 ਜਿਹੜੀਆਂ ਹਨ ਉਹ ਆ ਚੁੱਕੀਆਂ ਹਨ। ਇਸੇ ਤਰ੍ਹਾਂ ਦੇ ਹੀ ਸਿਰਲੇਖ ਹੋਰ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਏ ਹਨ, ਜਿਵੇਂ ਪੰਨਾ 96 ਤੇ ਇੱਕ ਜਗ੍ਹਾ ਤੇ ਆਇਆ ਹੈ ਸੱਤ ਚੌਪ ਦੇ ਮਹੱਲੇ ਚੌਥੇ ਕੇ। ਪੰਨਾ 228 ਦੇ ਉੱਪਰ ਆਇਆ ਹੈ 16 ਅਸ਼ਟਪਦੀਆਂ ਗੁਆਰੇਰੀ ਗੌੜੀ ਕੀਆਂ। ਪੰਨਾ 330 ਦੇ ਉੱਤੇ ਇਸੇ ਤਰ੍ਹਾਂ ਹੀ ਲਫ਼ਜ਼ਾਂ ਦੇ ਵਿੱਚ ਲਿਖਿਆ ਹੈ गौड़ी ग्वारेरी के पदे 35। तो ये सब जगह ते ये सिर्फ अंकां दी सूचना देने वास्ते ये लफ्ज़ गुरु साहब ने लिखे हैं। उन्हां दे नाल नाल अंक नंबर भी सेम ही चल रहे जो वर्ड्स दे विच लिखा होया है। तो ये सिर्फ उस सूचना मात्र है, ये पाठ का हिस्सा नहीं है। तो पाठ करदियां ये सूचनावां नूं पढ़न दी जो है वो इन्हां नूं बाणी समझ के पढ़न दी जरूरत नहीं है। ये सिर्फ इस ध्यान रखने वास्ते है कि हुण तक ने अंकां दी गिनती इतनी है, पाठ का हिस्सा नहीं हैं। बाकी ਜਿਹੜੇ ਸਿਰਲੇਖ ਹੁੰਦੇ ਹਨ ਜੋ ਸ਼ਬਦ ਦੇ ਉੱਪਰ ਹੁੰਦੇ ਹਨ ਉਹ ਪਾਠ ਕੀਤੇ ਜਾਂਦੇ ਹਨ ਕਿ ਕਿਹੜਾ ਰਾਗ ਹੈ ਕਿਹੜਾ ਘਰ ਹੈ ਜਾਂ ਜਿਹੜੇ ਹੋਰ ਭਗਤਾਂ ਦੇ ਨਾਮ ਵਗੈਰਾ ਦੀ ਸੂਚਨਾ ਹੁੰਦੀ ਹੈ ਤਾਂ ਉਹ ਪੜ੍ਹੇ ਜਾਂਦੇ ਹਨ। ਲੇਕਿਨ ਜਿਹੜੇ ਸ਼ਬਦਾਂ ਦੇ ਅੰਤ ਦੇ ਉੱਤੇ ਸੂਚਨਾ ਵਾਸਤੇ ਦਿੱਤੇ ਹੁੰਦੇ ਹਨ ਉਹਨਾਂ ਦਾ ਪਾਠ ਨਹੀਂ ਕਰਨਾ ਹੁੰਦਾ। ਕਨਫਿਊਜ਼ਨ ਇਹਦਾ ਇੱਥੋਂ ਪਿਆ ਹੈ ਕਿ ਜਿਹੜੀ ਮੋਬਾਈਲ 'ਚ ਐਪ ਹੈ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦਰਪਣ ਦੀ, ਉਹਦੇ ਵਿੱਚ ਇਹ ਵਾਲੀ ਜਿਹੜੀ ਪੰਨਾ 64 ਦੀ ਸੂਚਨਾ ਹੈ ਉਹ ਪਿਛਲੇ ਸ਼ਬਦ ਦੇ ਅਖੀਰਲੇ ਹਿੱਸੇ 'ਚ ਦੇਣ ਦੀ ਬਜਾਏ ਅਗਲੇ ਸ਼ਬਦ ਦੇ ਨਾਲ ਸਿਰਲੇਖ ਦੇ ਨਾਲ ਜੋੜ ਦਿੱਤੀ ਗਈ ਹੈ ਤੇ ਉੱਥੋਂ ਇਹ ਕਨਫਿਊਜ਼ਨ ਹੋ ਜਾਂਦਾ ਹੈ ਕਿ ਇਹ ਕਿਧਰੇ ਸਿਰਲੇਖ ਦਾ ਹਿੱਸਾ ਤਾਂ ਨਹੀਂ ਹੈ, ਉਹ ਐਪ ਦੀ ਗਲਤੀ ਹੈ। ਪਰ ਅਸਲ ਵਿੱਚ ਇਹ ਪਿਛਲੇ ਸ਼ਬਦ ਦੇ ਨਾਲ ਇਹ ਅੰਕਾਂ ਦੀ ਸੂਚਨਾ ਹੀ ਹੈ, तो इस करके इसका पाठ नहीं करना है। वाहिगुरू जी का खालसा वाहिगुरू जी की फतेह। श्री गुरु ग्रंथ साहब जी संपादना जी है गुरु अर्जन साहब जी ने बड़े कमाल ने की है। हर पक्ष कोई पक्ष ऐसा नहीं है जिन्हों छोया ना होवे। अज दे जिहड़े विद्वान ने या अज दे जिहड़े लिखारी ने वो भी इस गल तो हैरान ने कि इहदे च मतलब बहुत ही ज़्यादा परफेक्शन गुरु साहब जी ने लियांदी है। तो ये जिहड़े जिस तरह वीर जी ने दस्सिया ये जिहड़ा पाठ करने वाले ने संगतां उन्हां दी सहायता लई पातशाह जी ने बहुत कुछ कर दिता और इंडिकेशन दित्तियां ने। जिवें हुण सवाल सानूं आया कि मेले पहले के 17 अष्टपदी वीर जी ने होर भी सानूं उदाहरणां दित्तियां ने। तो इसे तरह जिहड़े अखीर ते अंक लिखे हुंदे ने वो अंक जिहड़े ने वो एक बड़ी वधिया संपादना दी एक क्वालिटी है साडे सामने, पर वो पढ़न लई नहीं साडी सहायता लई ने। जिवें शुद्ध कीचे भी लिखिया हुंदा है वो सिर्फ साडी सहायता लई सानूं दस इंडिकेशन, तो पाठ का हिस्सा शायद नहीं। तो वीर जी ने बड़ा सुंदर उत्तर दिता, आप जी का बहुत बहुत धन्यवाद है। साथ संगत नाल ही जिहड़ी गल उन्होंने दसी है वो सानूं ध्यान देनी चाहिए है भी, क्योंकि असी थोड़ा जिहा आराम प्रस्त ज़्यादा हो गया। मैं कई बार बेनती करदा एमरजेंसी होवे तो कोई गल नहीं, अपना फोन तो पाठ करो, पर इनू रूटीन ना बनाओ। आप इन्ने ज़्यादा सोल ना बन जाइए भी हुण गुटका खोलना या पोथी खोलनी या सैंची खोलनी सानूं औखी लगे तो जेब चो मोबाइल कढ़िया। तो मैं एक दिन अगे भी आया तो बेनती की सी बई मोबाइल ते पाठ करना कोई हर्ज नहीं है, पर एक गल जरूर ध्यान रखो कि जो भावना सैंची तो मनमोहन सिंह जी पुंछ वाले ने भी ये दसिया सीगा सवाल के उत्तर, जो भावना
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ਬੈਠ ਕੇ ਪਾਠ ਕਰਨ ਦੀ, ਜਾਂ ਉਸ ਤੋਂ ਬਾਅਦ ਸੰਚੀਆਂ ਦੀ ਕਰਨ ਦੀ, ਜਾਂ ਫਿਰ ਗੁਟਕਾ ਸਾਹਿਬ ਤੋਂ ਕਰਨ ਦੀ, ਉਹ ਭਾਵਨਾ ਜਿਹੜੀ ਹੈ ਉਹ ਆਪਾਂ ਲੈਪਟਾਪਾਂ ਤੇ ਮੋਬਾਈਲਾਂ ਤੇ ਨਹੀਂ ਬਣਦੀ, ਕਿਉਂਕਿ ਖਿਆਲ ਹੀ ਨਹੀਂ ਕੀਤਾ ਜਾਂਦਾ। ਆਪਾਂ ਇਸ ਗੁਰੂ ਸਾਹਿਬ ਦੀ ਹਜ਼ੂਰੀ ਜਾਂਦੇ ਹਾਂ ਤੇ ਉਸ ਵੇਲੇ ਸਾਰੇ ਹੱਥ ਪੈਰ ਸੁੱਚੇ ਕਰਕੇ ਫਿਰ ਆਰਾਮ ਨਾਲ ਬੈਠੀਦਾ। ਇਹ ਤਾਂ ਤੁਰੇ ਜਾਂਦੇ ਜੇਬ ਚੋਂ ਕੱਢੀ। ਮੈਂ ਫਿਰ ਬੇਨਤੀ ਕਰ ਰਿਹਾ, ਐਮਰਜੈਂਸੀ 'ਚ ਵਰਤਣ ਨੂੰ ਕੋਈ ਹਰਜ ਨਹੀਂ, ਪਰੰਤੂ ਜੇਕਰ ਸਾਡੇ ਕੋਲ ਸਮਾਂ ਵੀ ਹੈ ਤੇ ਸਾਡੇ ਕੋਲ ਸਥਾਨ ਵੀ ਹੈ ਜਿੱਥੇ ਬੈਠ ਕੇ ਅਸੀਂ ਪਾਠ ਕਰ ਸਕਦੇ ਹਾਂ, ਫਿਰ ਸਾਨੂੰ ਜਿਸ ਤਰ੍ਹਾਂ ਆਪਾਂ ਬੈਠ ਕੇ ਲੰਗਰ ਛਕਦੇ ਹਾਂ ਜਾਂ ਬਾਕੀ ਆਪਣੀ ਜਿਹੜੀ ਸਾਡੀ ਗੈਟਅਪ ਹੈ ਉਹਦੇ ਧਿਆਨ ਦਿੰਦੇ ਹਾਂ, ਇਸੇ ਤਰ੍ਹਾਂ ਪਾਠ ਨੂੰ ਇੱਕ ਜ਼ਰੂਰੀ ਵਿਸ਼ਾ ਸਮਝ ਕੇ ਉਹਦਾ ਬਕਾਇਦਾ ਸਪੈਸੀਫਾਈਡ ਟਾਈਮ ਜਿਹੜਾ ਸਾਡੇ ਜ਼ਿੰਦਗੀ 'ਚ ਹੋਣਾ ਚਾਹੀਦਾ, ਔਰ ਬਹੁਤ ਸਾਰਿਆਂ ਗੁਰਸਿੱਖ ਵੀਰਾਂ ਦੇ ਇਹ ਰੂਟੀਨ ਹੈ। ਮੈਂ ਬੇਨਤੀ ਕਰ ਰਿਹਾ ਕਿ ਉਸ ਵੇਲੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਗੁਟਕੇ ਤੋਂ, ਸੈਂਚੀ ਤੋਂ ਜਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਠ ਕੀਤਾ ਜਾਏ, ਕਿਉਂਕਿ ਜਿਵੇਂ ਵੀਰ ਜੀ ਨੇ ਦੱਸਿਆ ਹੁਣ ਐਪ ਵਿੱਚ ਇਹ ਗਲਤੀ ਹੈ। ਮੇਰੇ ਨੋਟਿਸ ਵੀ ਕਈ ਹੋਰ ਵਾਰੀ ਆਇਆ ਹੈ ਕਿ ਉਹਨਾਂ 'ਚ ਕਈ ਮਿਸਪ੍ਰਿੰਟ ਵੀ ਹੈਗੇ ਨੇ, ਔਰ ਜਿਹੜੇ ਅਰਥ ਨੇ ਉਹ ਤਾਂ ਕਾਫੀ ਮਤਲਬ ਵੀ ਗਲਤ ਕੀਤੇ ਹੋਏ ਨੇ ਕਈ ਥਾਂ ਤੇ। ਤੋ ਇੱਕ ਦੋ ਐਪ ਵਾਲਿਆਂ ਦੇ ਨੋਟਿਸ ਵੀ ਮੈਂ ਲਿਆਂਦੀ ਸੀ, ਔਰ ਉਹਨਾਂ ਨੇ ਲਿਖਿਆ ਸੀ ਵੀ ਠੀਕ ਹੈ ਜੀ, ਅਸੀਂ ਦੇਖਿਆ ਇਹ ਗਲਤ ਹੋ ਗਿਆ, ਅਸੀਂ ਅੱਗੋਂ ਠੀਕ ਕਰਾਂਗੇ। ਪਰ ਜਿਹੜੇ ਲੱਖਾਂ ਕਰੋੜਾਂ ਨੇ ਡਾਊਨਲੋਡ ਕਰ ਲਈ ਉਹ ਕਿਵੇਂ ਠੀਕ ਹੋਏ? ਤੋ ਖੈਰ ਮੈਂ ਇਸ ਪਾਸੇ ਨਹੀਂ ਜਾਂਦਾ, ਮੈਨੂੰ ਟੈਕਨੀਕਲ ਦੀ ਸਮਝ ਨਹੀਂ ਹੈ, ਪਰ ਫਿਰ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ। ਪ੍ਰਭਕੀਰਤਨ ਸਿੰਘ ਜੀ ਕੁਝ ਕਹਿਣਾ ਚਾਹ ਰਹੇ ਨੇ? ਹਾਂਜੀ, ਪ੍ਰਭਕੀਰਤਨ ਸਿੰਘ। ਹਾਂ ਜੀ, ਮੈਂ ਸਿਰਫ ਇੰਨੀ ਗੱਲ ਐਡ ਕਰਨੀ ਚਾਹੁੰਦਾ ਜੀ, ਜਿਹੜੀ ਉਹ ਪਾਠ ਭੇਦਾਂ ਦੀ ਸੂਚੀ ਪੁਸਤਕ ਹੈ ਉਹਦੇ ਵਿੱਚ ਇਹਦੇ ਬਾਰੇ ਉਸ ਦੇ ਜੋ ਪੰਨਾ 31 ਉੱਤੇ ਲਿਖਿਆ ਹੈ ਕਿ ਮਹਿਲੇ ਪਹਿਲੇ 17 ਅਸ਼ਟਪਦੀਆਂ ਜੋ 64 ਪੰਨਾ ਦੇ ਉੱਤੇ ਹੈ, ਉਹਦੇ ਸ਼ੁੱਧ ਪਾਠ ਦੇ ਕਾਲਮ ਵਿੱਚ ਲਿਖਿਆ ਹੈ ਕਿ ਨੋਟ ਇਹ ਪਾਠ ਇਹਨਾਂ ਸੰਚਿਆਂ ਵਿੱਚ ਨਹੀਂ। ਕਹਿਣ ਤੋਂ ਭਾਵ ਕਿ ਹੱਥ ਲਿਖਤ ਸਰੂਪਾਂ ਦੇ ਵਿੱਚ ਇਹ ਸ਼ਬਦ ਹੈ ਨਹੀਂ। ਇਹ ਕਿਸ ਵੇਲੇ ਪਏ ਨੇ, ਕਿੱਦਾਂ ਪਏ ਨੇ, ਇਹਨਾਂ ਦੇ ਬਾਰੇ ਗੌਰ ਕਰਨ ਦੀ ਲੋੜ ਹੈ। ਤੋ ਧੰਨਵਾਦ ਵੀਰ ਪ੍ਰਭਕੀਰਤਨ ਸਿੰਘ, ਦੇਖੋ ਬੜੀ ਅਹਿਮ ਜਾਣਕਾਰੀ ਸਾਨੂੰ ਦਿੱਤੀ ਹੈ ਕਿ ਹੱਥ ਲਿਖਤ ਬੀੜਾਂ 'ਚ ਨਹੀਂ। ਦੇਖੋ ਇਹ ਹਰ ਚੀਜ਼ ਦਾ ਬੜਾ ਧਿਆਨ ਰੱਖਣ ਦੀ ਲੋੜ ਹੈ। ਤੇ ਪਿੱਛੇ ਜੇ ਚੱਲ ਰਿਹਾ ਸੀ ਤੇ ਵੀਰ ਅਜੀਤ ਸਿੰਘ ਨੇ ਦੱਸਿਆ ਸੀਗਾ ਕਿ ਸਿੱਖ ਰਹਿਤ ਮਰਿਆਦਾ 'ਚ ਤੁਸੀਂ ਦੇਖੋਗੇ ਨਾ, ਜਿਹੜੀ ਕੋਈ 30-40 ਸਾਲ ਪਹਿਲੇ ਛਪੀ ਅੱਜ ਹੈ, ਕੋਈ ਨਾ ਕੋਈ ਤੁਹਾਨੂੰ ਫਰਕ ਲੱਭੇ। ਤਾਂ ਹਾਲਾਂਕਿ ਕਿਸੇ ਨੂੰ ਕੋਈ ਅਥਾਰਟੀ ਨਹੀਂ ਹੈ ਕਿ ਸਿੱਖ ਰਹਿਤ ਮਰਿਆਦਾ 'ਚ ਕੋਈ ਤਰਮੀਮ ਜਾਂ ਉਹਦੀ ਕੋਈ ਬਦਲੀ ਕਰ ਸਕੇ। ਇਹ ਤਾਂ ਕੇਵਲ ਗੁਰੂ ਪੰਥ ਨੂੰ ਹੀ ਹੈ ਤੇ ਜਿਹੜੇ ਕਰ ਸਕਦੇ ਨੇ। ਪਰ ਫਿਰ ਵੀ ਇੱਕ ਤੋਂ ਦੂਜੇ ਐਡੀਸ਼ਨ ਅਗਰ ਕੋਈ ਫਰਕ ਆਉਂਦਾ ਤੇ ਸੰਗਤ ਨੂੰ ਸੁਚੇਤ ਹੋਣਾ ਚਾਹੀਦਾ ਔਰ ਉਹਦੇ ਬਾਰੇ ਦੱਸਣਾ ਚਾਹੀਦਾ। ਇਸੇ ਤਰ੍ਹਾਂ ਜਿਹੜੀ ਅੱਜ ਵੀ ਵੀਰ ਜੀ ਨੇ ਗੱਲ ਦੱਸੀ ਹੈ ਇਹ ਬੜੀ ਅਹਿਮ ਹੈ। ਤੋ ਹੋ ਸਕਦਾ ਇਸ ਕਰਕੇ ਵੀ ਮਤਲਬ ਲਿਖਿਆ ਗਿਆ, ਪਰ ਵੀਰ MPC ਨੇ ਕਲੀਅਰ ਕਰ ਹੀ ਦਿੱਤਾ ਕਿ ਉਹ ਪਾਠ ਦਾ ਹਿੱਸਾ ਨਹੀਂ। ਤੋ ਮੈਂ ਆਸ ਕਰਦਾ ਵੀਰ ਗੁਰਪ੍ਰੀਤ ਸਿੰਘ ਜੀ ਆਪ ਜੀ ਨੂੰ ਵੀ ਉੱਤਰ ਮਿਲ ਗਿਆ ਔਰ ਬਾਕੀ ਸੰਗਤ ਨੂੰ ਵੀ, ਔਰ ਇਸ ਬਾਰੇ ਫਿਰ ਬੇਨਤੀ ਕਰਾਂਗੇ ਕਿ ਜਿਹੜੀ ਸੰਗਤ ਵੱਲੋਂ ਹੋਰ ਇਨਪੁਟ ਆਏਗੀ ਅਸੀਂ ਵੈਲਕਮ ਕਰਾਂਗੇ। ਸਾਧ ਸੰਗਤ ਜੀ, ਮੈਂ ਬੇਨਤੀ ਕਰਦੇ ਹਾਂ ਕਿ ਸਵਾਲ ਤਾਂ ਸਾਡੇ ਕੋਲ ਹੋਰ ਵੀ ਹਨ, ਪਰ ਸਮਾਂ ਜਿਹੜਾ ਉਹ ਸਿਰਫ 5 ਮਿੰਟ ਬਾਕੀ ਰਹਿ ਗਿਆ, ਉਹਦੇ ਸਵਾਲ ਜਵਾਬ ਵੀ ਲੈਣੇ ਹੁੰਦੇ ਨੇ। ਤੋ ਇਸ ਕਰਕੇ ਜਿਹੜੇ ਬਾਕੀ ਸਵਾਲ ਰਹਿ ਗਏ ਨੇ, ਜਿਨ੍ਹਾਂ ਦੇ ਸਵਾਲ ਨੇ, ਮੈਂ ਉਹਨਾਂ ਪਾਸੋਂ ਖਿਮਾ ਮੰਗਦਾ, ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਅਗਲੇ ਹਫਤੇ ਉਹਨਾਂ ਨੂੰ ਪਹਿਲੇ ਲਿਆ ਜਾਏ ਨਵੇਂ ਸਵਾਲਾਂ ਤੋਂ, ਔਰ ਜਿੰਨਾ ਸਮਾਂ ਹੋਏਗਾ ਜਿੰਨੇ ਸਵਾਲ ਹੋ ਸਕਣਗੇ ਕਰਾਂਗੇ। ਅੱਜ ਦੇ ਜਿਹੜੇ ਸਵਾਲ ਨੇ ਆਪਾਂ ਇੰਨੇ ਹੀ ਲੈਣੇ ਆ। ਮੈਂ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ ਸਾਧ ਸੰਗਤ ਜੀ ਕਿ ਜਿਸ ਤਰ੍ਹਾਂ ਵੀਰ ਹਰਜੀਤ ਸਿੰਘ ਨੇ ਦੱਸਿਆ, ਬਹੁਤ ਸਾਰੇ ਵੀਰ ਭੈਣਾਂ ਜਿਹੜੇ ਨੇ ਉਹ ਸਿਗਨਲ ਤੇ ਉਹਨਾਂ ਨੇ ਸ਼ਿਫਟ ਕਰ ਲਿਆ। ਜਿਹੜੇ ਰਹਿ ਗਏ ਨੇ ਕਿਰਪਾ ਕਰਕੇ ਉਹ WhatsApp ਦੀ ਥਾਂ ਤੇ ਸਿਗਨਲ ਤੇ ਸ਼ਿਫਟ ਕਰਨ, ਕਿਉਂਕਿ ਸਾਡਾ ਜਿਹੜਾ ਗਰੁੱਪ ਹੈ ਇਸ ਜਿਹੜਾ ਆਪਾਂ ਹੁਣ ਚਲਾ ਰਹੇ ਹਾਂ ਤੇ ਆਪਾਂ ਸਾਰੇ ਸਾਂਝੇ ਹਾਂ, ਉਹ ਹੁਣ ਸਿਗਨਲ ਤੇ ਹੀ ਤੁਹਾਨੂੰ ਇੰਟੀਮੇਸ਼ਨ ਜਿਹੜੀਆਂ ਨੇ ਆਇਆ ਕਰਨ। ਦੂਸਰੀ ਬੇਨਤੀ ਹੈ ਵੀ ਜਿੰਨੀ ਜਲਦੀ ਹੋਵੇ ਸਵਾਲ ਜਦ ਵੀ ਤੁਹਾਡੇ ਜ਼ਿਹਨ 'ਚ ਆਵੇ, ਕਿਰਪਾ ਕਰਕੇ ਉਸੇ ਵੇਲੇ ਕਿਸੇ ਮੈਂਬਰ ਨੂੰ ਵੀ ਜਾਂ ਸਾਡੇ ਕਿਸੇ ਗਰੁੱਪ ਨੂੰ ਲਿਖੋ, ਤਾਂ ਜੇ ਅਸੀਂ ਉਹਨੂੰ ਵੱਧ ਤੋਂ ਵੱਧ ਸਮਾਂ ਦੇ ਕੇ ਉਹਨੂੰ ਵਿਚਾਰ ਕਰਿਆ ਸਕੀਏ। ਹਰ ਇੱਕ ਰੋਜ਼ ਦਾ ਪ੍ਰੋਗਰਾਮ ਜਿਹੜਾ ਹੈ ਉਹ YouTube ਤੇ ਵੀਰ ਹਰਜੀਤ ਸਿੰਘ ਜੀ ਸੇਵਾ ਕਰਦੇ ਨੇ, ਪਾਉਂਦੇ ਨੇ। ਕੱਲ ਪਰਸੋਂ ਵੀ ਕਿਸੇ ਸੱਜਣ ਦਾ ਇਹਦੇ ਬਾਰੇ ਕੁਝ ਸੁਝਾਅ ਆਇਆ ਸੀ, ਮੈਂ ਉਹਨੂੰ ਬੇਨਤੀ ਕੀਤੀ ਬਈ ਸਾਡੇ ਕੋਲ ਕੋਈ ਟੈਕਨੀਕਲ ਸਪੋਰਟ ਨਹੀਂ ਹੈ। ਸ਼ੁਰੂ 'ਚ ਵੀਰ ਚਰਨਜੀਤ ਸਿੰਘ ਜੀ UK ਤੋਂ ਸਨ, ਪਰ ਉਹ ਡਿਊਟੀ ਕਰਕੇ ਹੁਣ ਨਹੀਂ ਸਾਡੇ ਕੋਲ ਆ ਰਹੇ। ਤਾਂ ਇਹ ਵੀਰ ਹਰਜੀਤ ਸਿੰਘ ਜੀ ਆਪਣੇ ਤੌਰ ਤੇ ਹੀ ਆਪਣੇ ਦੇਸੀ ਤੁੱਕਿਆਂ ਦੇ ਨਾਲ ਪਾ ਰਹੇ ਨੇ, ਉਹਨਾਂ ਦਾ ਧੰਨਵਾਦ ਹੈ। ਤੇ ਇਸ ਕਰਕੇ ਉਹ ਟੈਕਨੀਕਲੀ ਕਈ ਖਾਮੀਆਂ ਵੀ ਰਹਿ ਸਕਦੀਆਂ। ਤੋ ਫਿਰ ਮੈਂ ਬੇਨਤੀ ਕਰਦੇ ਹਾਂ ਵੀ ਅਗਰ ਸੰਗਤ ਵਿੱਚੋਂ ਕੋਈ ਸੇਵਾ ਕਰਨੀ ਚਾਹੇ, ਜਿਹਨੂੰ YouTube ਦੇ ਵਿੱਚ ਇਹਦੀ ਮਤਲਬ ਕੋਈ ਅਮੈਂਡਮੈਂਟਸ ਕਰਕੇ ਜਾਂ ਜੋ ਵੀ ਕੋਈ ਇੰਪਰੂਵਮੈਂਟਸ ਕਰਨੀਆਂ ਹੁੰਦੀਆਂ ਨੇ, ਅਗਰ ਕੋਈ ਸੇਵਾ ਕਰਨਾ ਚਾਹੇ, ਇਸ ਖੇਤਰ ਦਾ ਮਾਹਰ ਹੋਵੇ, ਤਾਂ ਕਿਰਪਾ ਕਰਕੇ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਜ਼ਰੂਰ ਦੇਵੇ।
ਤੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਕੰਡਕਟ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਭੁੱਲਾਂ ਰਹਿ ਗਈਆਂ। ਤੋ ਜ਼ਰੂਰੀ ਨਹੀਂ ਜਿਤਨੇ ਸਵਾਲਾਂ ਦੇ ਉੱਤਰ ਦਿੱਤੇ ਨੇ ਉਹ ਠੀਕ ਨੇ, ਜਿਹੜੇ ਠੀਕ ਨੇ, ਜਿਹੜੇ ਕੋਈ ਕਮੀ ਹੈ ਉਹ ਸਾਨੂੰ ਤੁਸੀਂ ਦਰੁਸਤ ਕਰ ਸਕਦੇ ਹੋ। ਅਸੀਂ ਵੀ ਉਹ ਸਾਨੂੰ ਵੀ ਲਾਭ ਹੋਏਗਾ ਔਰ ਸੰਗਤ ਵੀ ਆਪਾਂ ਦੁਬਾਰਾ ਦੱਸ ਸਕਾਂਗੇ। ਤੋ ਆਓ ਸਾਧ ਸੰਗਤ ਜੀ, ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਸੋਮਵਾਰ ਤੋਂ ਸ਼ਨੀਚਰਵਾਰ ਤੱਕ ਚੱਲਦਾ ਹੈ, ਜਿੱਥੇ ਅਸੀਂ ਆਪ ਪਾਰਟਿਸਿਪੇਟ ਕਰ ਰਹੇ ਹਾਂ, ਆਪਣੇ ਬਾਕੀ ਮਿਲਣ ਵਾਲਿਆਂ ਨੂੰ, ਭੈਣਾਂ ਭਰਾਵਾਂ ਨੂੰ, ਆਂਢ ਗੁਆਂਢ, ਦੋਸਤਾਂ ਮਿੱਤਰਾਂ ਨੂੰ ਇਹਦੀ ਵੱਧ ਤੋਂ ਵੱਧ ਜਿਹੜੀ ਸਰਕੂਲੇਟ ਕਰੀਏ। ਉਹਦਾ ਬੈਸਟ ਤਰੀਕਾ ਇਹ ਹੈ ਕਿ ਤੁਸੀਂ ਜਿਹੜਾ YouTube ਚੈਨਲ ਹੈ ਉਹਨੂੰ ਹੁਣ ਤੱਕ 400 ਤੇ ਤਕਰੀਬਨ 85 ਦੇ ਕਰੀਬ ਸਬਸਕ੍ਰਾਈਬਰ ਹੋਏ ਨੇ, ਮੇਰੇ ਹਿਸਾਬ ਨਾਲ ਬਹੁਤ ਘੱਟ ਨੇ। ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਔਰ ਇਹਨੂੰ ਸ਼ੇਅਰ ਕਰੋ ਤਾਂ ਜੇ ਬਾਕੀ ਵੀ ਸੰਗਤਾਂ ਇਸ ਤੋਂ ਵੱਧ ਤੋਂ ਵੱਧ ਲਾਭ ਜਿਹੜੇ ਨੇ ਲੈ ਸਕਣ। ਤੋ ਇੱਕ ਵਾਰੀ ਫਿਰ ਸਭ ਦਾ ਧੰਨਵਾਦ ਹੈ ਜੀ। ਫਤਿਹ ਸਾਂਝੀ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।